ਆਪਣੇ ਤਾਂ ਜਿਵੇਂ ਵਿਆਹ ਤੇ ਇੱਕੋ ਹੀ ਸਿਹਰਾ ਪੜਿਆ ਜਾਂਦਾ ਹੈ, ਪਰ ਪਾਕਿਸਤਾਨ ਵਾਲੇ ਪਾਸੇ ਸਾਰੀ ਰਾਤ ਸਿਹਰੇ ਪੜੇ ਜਾਂਦੇ ਆ। ਕਿਤੇ ਭਾਬੀ ਸੁਰਮਾ ਪਾ ਰਹੀ ਹੈ ਤਾਂ ਸੁਰਮਾ ਭੈਣ ਨਹੀਂ ਪਾ ਰਹੀ, ਤਾਂ ਹੁਣ ਉੱਥੇ ਪਤਾ ਹੈ ਕਿ ਦੇਵਰ ਹੈ, ਉਹਨੇ ਵਿਆਹਿਆ ਜਾਣਾ ਹੈ, ਅੱਗੋਂ ਨਵੇਂ ਪਰਿਵਾਰ ਦੀ ਸਿਰਜਣਾ 'ਚ ਉਹਨੇ ਪੈਣਾ ਹੈ, ਗ੍ਰਹਿਸਥ ਆਸ਼ਰਮ 'ਚ ਪ੍ਰਵੇਸ਼ ਕਰਨਾ ਹੈ, ਤਾਂ ਉੱਥੇ ਉਹ ਭੈਣ ਰਸਮਾਂ ਨਹੀਂ ਨਿਭਾਉਂਦੀ ਉਹ ਵਾਲੀਆਂ। ਅੱਜ ਪਤਾ ਏ ਮੈਨੂੰ ਲੱਗ ਗਿਆ ਤੀ ਦੌਲਤ ਇੱਕ ਪਰਾਈ ਏ, ਪਈਆਂ ਗਲੀਆਂ ਤੇਰੀਆਂ ਛੱਡਣੀਆਂ, ਬਿਰਹਾ ਦੀ ਕੜੀ ਅਜ ਆਈ ਏ। ਸੁਣ ਬਾਬਲਾ ਧਰਮੀ ਬਾਬਲਾ। ਫਿਰ ਪੁਆਧ ਦੇ ਇਲਾਕੇ ਵਿੱਚ ਗਈ ਤਾਂ ਉਹ ਜਿਹੜੀ ਪੁਆਧੀ ਟੱਚ ਹੈ, ਹੁਣ ਤੁਸੀਂ ਦੇਖੋ ਕਿ ਪੁਆਧੀ ਗੀਤਾਂ 'ਚੋਂ ਇੱਕ ਗੀਤ ਵਿੱਚ ਇੱਕ ਵਾਕੰਸ਼ ਆਇਆ, ਹੋਲਰ ਕੇ ਹੋਏ ਪਾ। ਹੁਣ ਅਸੀਂ ਪੰਜਾਬ ਦੇ ਵਸਨੀਕ ਹਾਂ, ਜੇ ਮੈਂ ਆਪਣੇ ਵਿਦਿਆਰਥੀਆਂ ਨੂੰ ਪੁੱਛਦੀ ਹਾਂ ਜਾਂ ਆਪਦੀ ਪੀੜ੍ਹੀ ਦੇ ਹੀ ਕਿਸੇ ਵਿਅਕਤੀ ਨੂੰ ਪੁੱਛਦੀ ਹਾਂ ਕਿ ਹੋਲਰ ਕਿਹਨੂੰ ਕਹਿੰਦੇ ਆ, ਨਹੀਂ ਪਤਾ ਸਾਨੂੰ। ਲੰਮੀਏ ਨੀ ਲੰਜੀਏ ਲਾਲ ਖਜੂਰੇ, ਕਿਨੇ ਤੈਨੂੰ ਦਿੱਤਾ ਦੂਰੇ, ਬਾਬਲ ਮੇਰਾ ਦੇਸਾਂ ਦਾ ਰਾਜਾ, ਉਹਨੇ ਮੈਨੂੰ ਦਿੱਤਾ ਦੂਰੇ। ਪਾਕਿਸਤਾਨ ਗਈ ਆਪਣੀ, ਸਗੋਂ ਇੱਧਰ ਵਾਲੇ ਪੰਜਾਬ 'ਚੋਂ ਮੇਰੀ ਵੰਡ ਤੋਂ ਪਹਿਲਾਂ ਨਾਲ ਕੋਈ ਸਿਹਰਾ ਜਾਂ ਸਿੱਖਿਆ ਕਿਸੇ ਘਰ 'ਚੋਂ ਜਾਂ ਪ੍ਰੈਸ 'ਚੋਂ ਨਹੀਂ ਮਿਲਿਆ। ਵੀਰਾ ਅੰਦਰੋਂ ਲਟਕੰਦੜਾ ਨਿਕਲਿਆ, ਚੰਦਾ ਅੰਦਰੋਂ ਲਟਕੰਦੜਾ ਨਿਕਲਿਆ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਕਮਲਜੀਤ ਸਿੱਧੂ। ਦੋਸਤੋ, ਗੱਲ ਕਰਦੇ ਹਾਂ ਜਦੋਂ ਪੰਜਾਬ ਦੇ ਲੋਕ ਗੀਤਾਂ ਦੇ ਬਾਰੇ, ਤਾਂ ਬਹੁਤ ਸਾਰੇ ਲੋਕ ਗੀਤ ਵਿਸਰਦੇ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਵਿਆਹਾਂ ਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਸੀਗੇ, ਨਵੀਂ ਪੀੜ੍ਹੀ ਬਿਲਕੁਲ ਉਸ ਤੋਂ ਸੱਖਣੀ ਹੋ ਚੁੱਕੀ ਆ। ਬਹੁਤ ਘੱਟ ਕੁੜੀਆਂ ਅੱਜ ਕੱਲ੍ਹ ਗੀਤ ਗਾਉਂਦੀਆਂ ਨੇ। ਪਰ ਨਾਲ ਜੇ ਗੱਲ ਕਰ ਲਈਏ, ਕਦੇ ਵਿਆਹਾਂ ਦੇ ਵਿੱਚ ਸਿੱਖਿਆ ਤੇ ਸਿਹਰੇ ਵੀ ਪੜ੍ਹੇ ਜਾਂਦੇ ਸੀਗੇ, ਉਹ ਵੀ ਚੀਜ਼ਾਂ ਕਿਤੇ ਗੁੰਮ ਹੋ ਕੇ ਰਹਿ ਗਈਆਂ ਨੇ। ਪਰ ਅੱਜ ਜੇ ਸ਼ਖਸੀਅਤ ਨਾਲ ਤੁਹਾਨੂੰ ਅਸੀਂ ਮੁਲਾਕਾਤ ਕਰਾਵਾਂਗੇ, ਗੱਲਬਾਤ ਕਰਾਂਗੇ। ਮੇਰੀ ਮੁਰਾਦ ਸਾਡੇ ਅੱਜ ਦੇ ਮਹਿਮਾਨ ਡਾਕਟਰ ਰਾਜਵੰਤ ਕੌਰ ਪੰਜਾਬੀ ਜੀ ਨੇ, ਜਿਨ੍ਹਾਂ ਦਾ ਇਸ ਦੇ ਉੱਪਰ ਵੱਡਾ ਕੰਮ ਹੈ, ਇੱਕ ਨਾਮ ਹੈ ਪੰਜਾਬ ਦੇ ਵਿੱਚ। ਉਹਨਾਂ ਦੀਆਂ ਕਾਫੀ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਪੜ੍ਹਨ ਨੂੰ ਮਿਲਦੀਆਂ ਨੇ, ਤੇ ਉਹਨਾਂ ਦਾ ਖੋਜ ਕਾਰਜ ਵੀ ਇਸੇ ਚੀਜ਼ ਦੇ ਉੱਤੇ ਰਿਹਾ ਹੈ। ਸਵਾਗਤ ਕਰਦੇ ਹਾਂ ਡਾਕਟਰ ਰਾਜਵੰਤ ਕੌਰ ਪੰਜਾਬੀ ਹੋਰਾਂ ਦਾ ਜੀ। ਬਹੁਤ ਬਹੁਤ ਜੀ ਆਇਆਂ ਨੂੰ ਤੁਹਾਨੂੰ। ਧੰਨਵਾਦ। ਸ਼ੁਕਰੀਆ ਜੀ। ਔਨ 에ਅਰ ਚੈਨਲ ਦੇਖ ਰਹੇ ਸਭ ਦਰਸ਼ਕਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਦੇ ਰੂਬਰੂ ਹੋਣ ਦਾ ਅੱਜ ਮੈਨੂੰ ਮੌਕਾ ਮਿਲਿਆ ਜੀ। ਡਾਕਟਰ ਸਾਹਿਬ, ਗੱਲ ਕਰਦੇ ਹਾਂ, ਕਿਵੇਂ ਮਨ ਦੇ ਵਿੱਚ ਇਹ ਆਇਆ ਕਿ ਜਿਹੜੇ ਲੋਕ ਗੀਤ ਵਿਸਰਦੇ ਜਾ ਰਹੇ ਆ, ਮੈਂ ਚਾਹੂੰਗਾ ਆਪਣੇ ਪਿਛੋਕੜ ਤੋਂ ਇਸ ਬਾਰੇ ਦੱਸੋ ਕਿ ਘਰ 'ਚੋਂ ਕੋਈ ਗੁੜਤੀ ਮਿਲੀ ਕਿ ਇਹਨਾਂ ਚੀਜ਼ਾਂ ਨੂੰ ਆਏ, ਜਾਂ ਫਿਰ ਪੜ੍ਹਾਈ ਦਰਮਿਆਨ ਖਿਆਲ ਆਇਆ ਵੀ ਇਹਦੇ ਉੱਤੇ ਖੋਜ ਕੀਤੀ ਜਾਵੇ ਤੇ ਫਿਰ ਇਹਨਾਂ ਗੀਤਾਂ ਨੂੰ ਇਕੱਤਰ ਕੀਤਾ ਜਾਵੇ? ਅਸਲ 'ਚ ਮੇਰੇ ਪਾਪਾ ਕਲਾਕਾਰ ਨੇ, ਸਰਦਾਰ ਸੁਰਜੀਤ ਸਿੰਘ ਪੰਜਾਬੀ, ਫੋਟੋ ਆਰਟਿਸਟ ਸੀਗੇ ਉਹ। ਸਰਦਾਰ ਸੋਭਾ ਸਿੰਘ ਜੀ ਦਾ ਤੁਸੀਂ ਨਾਮ ਸੁਣਿਆ ਹੋਣਾ, ਵਿਸ਼ਵ ਪ੍ਰਸਿੱਧ ਚਿੱਤਰਕਾਰ ਨੇ। ਮੇਰੇ ਪਾਪਾ ਉਹਨਾਂ ਦੇ ਸ਼ਾਗਿਰਦ ਸੀ। ਮੇਰੇ ਪਾਪਾ 10 ਕੁ ਸਾਲ ਦੇ ਸੀ ਕਿ ਦਾਦਾ ਜੀ ਪੂਰੇ ਹੋ ਗਏ, ਪਰ ਪਾਪਾ ਨੂੰ ਚਿੱਤਰਕਾਰੀ ਦਾ ਸ਼ੌਕ ਸੀ ਬਹੁਤ, ਔਰ ਗੁਰੂ ਧਾਰਨ ਕਰਨਾ ਚਾਹੁੰਦੇ ਸੀ। ਕੋਈ ਗੁਰੂ ਨਹੀਂ ਸੀ ਮਿਲ ਰਿਹਾ ਪ੍ਰੋਪਰ, ਤਾਂ ਕਿਤੋਂ ਦੱਸ ਪਈ ਕਿ ਜੇ ਤੁਸੀਂ ਗੁਰੂ ਧਾਰਨ ਕਰਨਾ ਤਾਂ ਪਾਲਮਪੁਰ ਅੰਦਰੇਟੇ ਜਾਓ, ਸਰਦਾਰ ਸੋਭਾ ਸਿੰਘ ਦੇ ਸ਼ਾਗਿਰਦ ਬਣੋ। ਤਾਂ ਫਿਰ ਉਹ ਆਪਣੇ ਦੋਸਤ ਨੂੰ ਲੈ ਕੇ ਉੱਥੇ ਚਲੇ ਗਏ। ਸਰਦਾਰ ਸੋਭਾ ਸਿੰਘ ਜੀ ਨੇ ਕਿਹਾ ਕਿ ਬਹੁਤ ਮੁਸ਼ਕਿਲ ਹੈ ਨਾ, ਆਪਣਾ ਤਨ ਮਨ ਧਨ ਸਭ ਕੁਛ ਵਾਰਨਾ ਪੈਂਦਾ ਕਲਾ ਵਾਸਤੇ, ਕਲਾਕਾਰ ਨੂੰ।
ਤੇ ਪਰ ਉਹ ਹਨਾ ਅਡਿੱਗ ਸੀ, ਅਡੋਲ ਸੀ, ਇਸ ਕਰਕੇ ਮਮਾ ਨੂੰ ਲੈ ਕੇ ਅਸੀਂ ਸਿਸਟਰਸ ਨੂੰ ਲੈ ਕੇ ਉਹ ਅੰਦਰੇਟੇ ਚਲੇ ਗਏ ਤੇ ਉੱਥੋਂ ਹੀ ਉਹਨਾਂ ਨੇ ਫੋਟੋਕਾਰੀ ਕੀਤੀ ਬਹੁਤ। ਤੇ ਫਿਰ ਉਦੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਸਰਦਾਰ ਸੋਭਾ ਸਿੰਘ ਜੀ ਨੂੰ ਕਹਿ ਕੇ ਪਾਪਾ ਨੂੰ ਯੂਨੀਵਰਸਿਟੀ ਵਿਖੇ ਲੈ ਕੇ ਆਏ ਤੇ ਆਪਣੇ ਪੰਜਾਬ ਦੇ ਲਗਭਗ ਸਾਰੇ ਗਵਰਨਰ ਸਾਹਿਬਾਨ ਨੇ ਪਾਪਾ ਨੂੰ ਉਹਨਾਂ ਦੀ ਫੋਟੋਕਾਰੀ ਦੇਖ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਤਾਂ ਇੱਕ ਤਾਂ ਪਾਪਾ ਦੇ ਕਲਾਕਾਰ ਹੋਣ ਦਾ ਕਿ ਜਦੋਂ ਰਾਤ ਨੂੰ ਜਾਗਣਾ ਸੀ ਉਦੋਂ ਵੀ ਪਾਪਾ ਨੇ ਕੈਨਵਸ ਦੇ ਉੱਤੇ ਬੈਠੇ ਹੋਣਾ, ਉਹਨਾਂ ਨੇ ਬਹੁਤ ਸਾਰੇ ਚਿੱਤਰ ਬਣਾਏ। ਉਹਨਾਂ ਨੇ ਫੋਟੋ ਆਰਟਿਸਟ ਤਾਂ ਹੀ ਸੀ ਪਰ ਜ਼ਿਆਦਾ ਮਕਬੂਲ ਉਹ ਫੋਟੋ ਆਰਟਿਸਟ ਵਜੋਂ ਹੋਏ। ਤੇ ਕਿਉਂਕਿ ਸੋਭਾ ਸਿੰਘ ਜੀ ਨਾਲ ਨਾਤਾ ਸੀ ਤੇ ਮੰਮਾ ਨੇ ਬਹੁਤ ਮਿਹਨਤ ਕੀਤੀ। ਮੰਮਾ ਵੀ ਸਾਰੇ ਕੰਮ ਫਰੋਕਾਂ, ਕੱਪੜੇ ਸੀਨੇ, ਕਢਾਈ ਕਰਨੀ ਉੱਪਰ। ਤੇ ਦਾਰ ਜੀ ਨੇ ਕਹਿਣਾ ਕਿ ਮਨਜੀਤ ਇੱਕ ਦੋ ਗੱਲਾਂ ਜ਼ਰੂਰ ਯਾਦ ਰੱਖਣੀਆਂ ਨੇ ਕਿ ਜੇ ਜੂਠੇ ਭਾਂਡੇ ਵੀ ਰਸੋਈ 'ਚ ਰੱਖਣੇ ਹੈ, ਨਹੀਂ ਮਾਂਜਣ ਦਾ ਸਮਾਂ ਮਿਲਿਆ ਬੱਚਿਆਂ ਨਾਲ, ਤਾਂ ਉਹ ਵੀ ਇਸ ਸਲੀਕੇ ਨਾਲ ਰੱਖਣੇ ਹੈ ਕਿ ਜੇ ਕੋਈ ਮਹਿਮਾਨ ਆ ਜਾਣ ਤਾਂ ਉਹ ਖਲਾਰਾ ਨਾ ਲੱਗੇ। ਹਾਂ, ਤਾਂ ਫਿਰ ਉਹ ਮੰਮਾ ਨੂੰ ਦੇਖਣਾ ਕਿ ਕਿੰਨੀ ਮਿਹਨਤ ਕਰਦੇ ਹੈ। ਫਿਰ ਉਹਨਾਂ ਨੇ ਕਹਿਣਾ ਕਿ ਮਨਜੀਤ ਹਰ ਵੇਲੇ ਨਾ ਚਾਹੇ 2 ਪੇੜਿਆਂ ਦਾ ਆਟਾ ਹੋਵੇ, ਤੇਰੇ ਕੋਲੇ ਆਟਾ ਗੁੰਨਿਆ ਹੋਇਆ ਜ਼ਰੂਰ ਬਚਿਆ ਹੋਣਾ ਚਾਹੀਦਾ ਹੈ, ਵੀ ਕਦੇ ਆਟਾ ਖਤਮ ਨਾ ਹੋਵੇ ਤੇ ਰੋਟੀ ਦੇ ਵੇਲੇ ਕਦੇ ਕੋਈ ਮਹਿਮਾਨ ਖਾਲੀ ਨਾ ਜਾਵੇ। ਤਾਂ ਉਹ ਜਦੋਂ ਦੇਖਣਾ ਕਿ ਇੰਨਾ ਮਿਹਨਤ ਕਰਦੇ ਨੇ ਹਰ ਵੇਲੇ, ਤਾਂ ਇੱਕ ਕਿਸਮ ਉਹਨਾਂ ਨੂੰ ਦੇਖ ਕੇ ਹੀ ਕਹਿ ਦਈਏ ਕਿ ਜ਼ਿੰਦਗੀ 'ਚ ਸੰਘਰਸ਼ ਦੀ ਹੀ ਆਦਤ ਪੈ ਗਈ। ਹੁਣ ਹੋਰ ਕੁਛ ਵੀ ਨਹੀਂ ਹੈ, ਬਸ ਪ੍ਰੋਪਰਟੀ ਇਹੀ ਲੱਗਦੀ ਹੈ ਕਿ ਰਾਤ ਕਿਉਂ ਪੈ ਗਈ, ਦਿਨ ਕਿਉਂ ਖਤਮ ਹੋ ਗਿਆ, ਜਾਂ ਐਂ ਲੱਗਦਾ ਕਿ ਇੱਕ ਜ਼ਿੰਦਗੀ ਤਾਂ ਬਹੁਤ ਥੋੜ੍ਹੀ ਹੈ ਜੇ ਬੰਦਾ ਕੁਝ ਕਰਨਾ ਚਾਹੁੰਦਾ ਹੈ ਤੇ ਦੁਬਾਰਾ ਤਾਂ ਉਹ ਜਨਮ ਤਾਂ ਮਿਲ ਹੀ ਨਹੀਂ ਸਕਦਾ, ਇਹ ਵੀ ਪਤਾ ਹੈ। ਤਾਂ ਫਿਰ ਮੇਰੇ ਦਾਦੀ ਜੀ ਉਹਨਾਂ ਨੇ ਛਿੱਕੂ ਬਣਾਉਣੇ, ਬੋਈਏ ਬਣਾਉਣੇ, ਸਰਪੋਸ ਰੋਟੀ ਰੱਖਣ ਵਾਲੇ ਹੁੰਦੇ ਸੀਗੇ, ਸਣ ਨਾਲ, ਹਾਂ ਖੱਜੀ ਤੇ ਸਣ ਲਿਆਉਣੀ ਉਹਦੇ ਨਾਲ ਬਣਾਉਣੇ। ਫਿਰ ਉਹਨਾਂ ਨੇ ਚਾਦਰਾਂ ਕੱਢਣੀਆਂ, ਚਾਦਰਾਂ ਵੀ ਦਾਦੀ ਜੀ ਪੁੱਠੇ ਪਾਸਿਓਂ ਕਢਾਈ ਕੱਢਦੇ ਸੀ ਤੇ ਸਿੱਧੇ ਪਾਸੇ ਅਸਲੀ ਨਮੂਨਾ ਆਉਂਦਾ ਸੀਗਾ। ਫਿਰ ਜਿਹੜੇ ਪਿੰਡ 'ਚ ਵਿਆਹ ਹੋਣੇ ਤਾਂ ਵਿਆਹਾਂ 'ਤੇ ਜਦੋਂ ਜਾਣਾ ਤਾਂ ਉਹ ਗੀਤ ਬੜੇ ਅੱਛੇ ਲੱਗਦੇ ਸੀ, ਜਿਹੜੇ ਢੋਲਕੀ ਦੇ ਵੀ, ਜਾਂ ਵਿਆਹ ਦੇ ਗਾਉਣ ਤੋਂ ਬਾਅਦ, ਸੁਹਾਗ ਘੋੜੀਆਂ ਗਾਉਣ ਤੋਂ ਬਾਅਦ ਫਿਰ ਢੋਲਕੀ ਵਾਲੇ ਗੀਤ ਚੱਲਣੇ, ਫਿਰ ਗਿੱਧਾ ਪੈਣਾ। ਫਿਰ ਉਹ ਮਤਲਬ ਦਿਲ ਵਿੱਚ ਕਿਤੇ ਨਾ ਕਿਤੇ ਪਈ ਹੋਈ ਸੀਗੀ ਜਾਗ। ਸਕੂਲ ਟਾਈਮ ਵੀ ਮੈਂ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਤੋਂ ਹੀ ਪੜ੍ਹੀ ਹਾਂ। ਉਦੋਂ 10th ਤੱਕ ਸੀਗਾ ਸਕੂਲ, ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੇ ਮੁਕਾਬਲੇ ਕਰਾਉਂਦੇ ਹੁੰਦੇ ਸੀ, ਅਕਾਦਮਿਕ ਮੁਕਾਬਲੇ, ਹੈ ਨਾ, ਸੱਭਿਆਚਾਰਕ ਮੁਕਾਬਲੇ। ਤਾਂ ਉਹਦੇ ਵਿੱਚ ਵੀ ਕਵਿਤਾ ਲਿਖਣ ਮੁਕਾਬਲਿਆਂ ਵਿੱਚ ਲੈ ਕੇ ਜਾਂਦੇ, ਗਿੱਧੇ ਦੇ ਮੁਕਾਬਲਿਆਂ 'ਚ ਲੈ ਕੇ ਜਾਂਦੇ। ਗਿੱਧੇ ਦੀ ਕੈਪਟਨ ਸੀਗੀ ਮੈਂ। ਔਰ ਖੇਡਾਂ ਦੇ ਵੀ ਜਿਹੜੇ ਵੀ ਮੁਕਾਬਲੇ ਹੋਣੇ, ਖੋ-ਖੋ ਦੇ ਹੋਣੇ ਔਰ ਐਥਲੈਟਿਕਸ ਦੇ ਹੋਣੇ। ਐਥਲੈਟਿਕਸ 'ਚ ਫਿਰ 100 ਮੀਟਰ, 800 ਮੀਟਰ, ਹਰਡਲਸ, 1500 ਮੀਟਰ, ਉਹਦੇ ਵਿੱਚ ਵੀ ਮੈਂ ਪਟਿਆਲੇ ਦੀ ਬੈਸਟ ਐਥਲੀਟ ਰਹੀ ਹਾਂ। ਪਰ ਇਹ ਹੈ ਕਿ ਪਰਿਵਾਰ ਵੱਡਾ ਹੋਣ ਕਰਕੇ, ਹੈ ਨਾ, ਮੰਮਾ ਬਿਮਾਰ ਰਹਿੰਦੇ ਸੀ, ਜਿਹਦੇ ਕਰਕੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਲਗਭਗ ਮੈਨੂੰ ਹੀ ਨਿਭਾਉਣੀਆਂ ਪੈਂਦੀਆਂ ਸੀ। ਪਰ ਇਹ ਹੈ ਕਿ ਨੌਕਰੀ ਦਾ ਵੀ ਬਹੁਤ ਸ਼ੌਕ ਸੀ, ਪੜ੍ਹਨ ਦਾ ਵੀ ਬਹੁਤ ਸ਼ੌਕ ਸੀ। ਇਹ ਸੀਗਾ ਕਿ ਕਿਉਂਕਿ ਯੂਨੀਵਰਸਿਟੀ ਦੇ ਸਕੂਲ 'ਚੋਂ ਪੜ੍ਹੀ ਹਾਂ ਤਾਂ ਇੱਦਾਂ ਸੀਗਾ ਕਿ ਯੂਨੀਵਰਸਿਟੀ ਦੇ ਸਕੂਲ 'ਚ ਹੀ ਪੜ੍ਹਾਉਣਾ ਹੈ। ਇਹ ਮਨ 'ਚ ਲਗਨ ਸੀਗੀ। ਪਰ ਜਿਵੇਂ ਕਹਿ ਦਈਏ ਕਿ ਆਪਾਂ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਬੱਚਿਆਂ ਦੇ ਅੰਦਰ ਕਿਸ ਪਾਸੇ ਜਾਣ ਵਾਲੀ ਪ੍ਰਤਿਭਾ ਹੈ ਉਹ ਅਸੀਂ ਪਹਿਚਾਨਣ ਵਾਲਾ ਨਾ ਹੁਨਰ ਨਹੀਂ ਰੱਖਦੇ। ਬਸ ਜਿੱਧਰ ਨੂੰ ਕੋਈ ਸਹੇਲੀ ਲੱਗੀ ਜਾਂ ਜਿਵੇਂ ਆਪਾਂ ਕਹਿ ਦਈਏ ਕਿ ਕੁਦਰਤਨ ਜੋ ਲਿਖਿਆ ਹੈ ਉਧਰ ਚੱਲ ਪੈਂਦੇ ਆ। ਤੇ ਬਿਲਕੁਲ, ਪਰ ਇਸ ਪਾਸੇ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਫਿਰ 1999 ਵਿੱਚ ਮੈਂ ਯੂਨੀਵਰਸਿਟੀ 'ਚ ਡੇਲੀ ਵੇਜਿਸ ਵਜੋਂ ਜੁਆਇਨ ਕੀਤਾ ਤੇ ਥੋੜ੍ਹੀ ਦੇਰ ਹੀ ਡੇਲੀ ਵੇਜਿਸ 'ਤੇ ਰਹੀ ਕਿਉਂਕਿ ਅੰਦਰ ਸੀਗਾ ਕਿ ਨੌਕਰੀ ਕਰਨੀ ਹੈ, ਪੱਕੇ ਹੋਣਾ ਹੈ। ਤਾਂ ਫਿਰ ਯੂਨੀਵਰਸਿਟੀ ਨੇ ਸਟੈਨੋ ਦੀਆਂ ਪੋਸਟਾਂ ਕੱਢੀਆਂ, ਫਿਰ ਸ਼ਾਰਟ ਹੈਂਡ ਦਾ ਟੈਸਟ ਦਿੱਤਾ ਔਰ ਮੈਂ ਬਲਾਈਂਡ ਪ੍ਰੈਕਟਿਸ ਕਰਦੀ ਸੀ। ਮਤਲਬ ਪਾਪਾ ਨੂੰ ਦੇਖਦੀ ਸੀ ਤਾਂ ਉਵੇਂ ਹੀ ਸਾਈਕਲ 'ਤੇ ਜਾਣਾ, ਇੱਥੋਂ ਸ਼ੇਖਪੁਰੇ ਤੋਂ ਜਾਣਾ, ਸਾਈਕਲ 'ਤੇ ਸ਼ਹਿਰ ਜਾਣਾ, ਫਿਰ ਵਾਪਿਸ ਆਉਣਾ। ਇੱਕ ਹਿੰਮਤ, ਇੱਕ ਹੌਸਲਾ ਉਹਨਾਂ ਕੋਲ। ਜੀ। ਤਾਂ ਫਿਰ ਉਹਨਾਂ ਨੇ ਟੇਪ ਰਿਕਾਰਡਰ ਲਿਆਤੀ, ਆਪ ਹੀ ਮੈਂ ਆਪਣੀ ਆਵਾਜ਼ ਵਿੱਚ ਆਪਦਾ ਪੈਰਾ ਰਿਕਾਰਡ ਕਰਨਾ, ਫਿਰ ਉਹਨੂੰ ਲਿਖਣਾ, ਫਿਰ ਟਾਈਪਿੰਗ ਕਰਨੀ। ਤੇ
ਸੁੱਤੇ ਪਈ ਵੀ ਮੇਰੇ ਸਰਾਣੇ ਦੇ ਉੱਤੇ ਪ੍ਰੈਕਟਿਸ ਹੀ ਚੱਲਦੀ ਹੁੰਦੀ ਸੀ ਤੇ 500 ਦੇ ਵਿੱਚੋਂ ਫਿਰ ਮੇਰਾ ਪਹਿਲਾ ਨੰਬਰ ਆਇਆ ਟੈਸਟ ਦੇ ਵਿੱਚ। ਫਿਰ ਬਾਕੀ ਜਿੰਨੇ ਮੇਰੇ ਨਾਲ ਡੇਲੀ ਵੇਜਿਸ ਤੇ ਲੱਗੇ ਸੀ, ਕੋਈ 8 ਸਾਲ ਬਾਅਦ, ਕੋਈ 10 ਸਾਲ ਬਾਅਦ ਰਿਟਾਇਰ ਹੋਇਆ। ਪਰ ਮੇਰੀ ਖੁਸ਼ਨਸੀਬੀ ਹੈ ਕਿ ਮੈਂ 1 ਸਾਲ ਦੇ ਅੰਦਰ ਅੰਦਰ ਪਹਿਲਾਂ ਐਡਹੌਕ ਕਲਰਕ ਲੱਗੀ ਔਰ ਫਿਰ 5-6 ਮਹੀਨਿਆਂ ਬਾਅਦ ਹੀ ਮੈਂ ਰੈਗੂਲਰ ਸਟੈਨੋ ਵਜੋਂ ਮੇਰੀ ਭਰਤੀ ਹੋ ਗਈ ਜੀ। 21 ਸਾਲ ਮੈਂ ਨੌਨ ਟੀਚਿੰਗ ਜੌਬ ਕੀਤੀ ਹੈ ਔਰ ਇਹਦੇ ਨਾਲ ਨਾਲ ਹੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਹੀ ਸਾਰੀ ਪ੍ਰਾਈਵੇਟ ਸਿੱਖਿਆ ਪ੍ਰਾਪਤ ਕੀਤੀ ਹੈ। ਪਰ ਇਹ ਸੀਗਾ ਕਿ ਯੂਨੀਵਰਸਿਟੀ 'ਚ ਜਦੋਂ 1 ਸਾਲ ਆਪਾਂ ਸਟੱਡੀ ਕਰ ਲੈਂਦੇ ਹਾਂ ਕੋਈ, ਤਾਂ ਉਦੋਂ ਬਾਅਦ 2 ਸਾਲ ਗੈਪ ਪਾਉਣਾ ਪੈਂਦਾ ਸੀਗਾ। ਤਾਂ ਜਿਹਦੇ ਕਰਕੇ ਕੀ ਹੈ ਕਿ ਬਹੁਤ ਲੰਬਾ ਪੀਰੀਅਡ ਲੱਗ ਗਿਆ ਸਾਰੀ ਉਚੇਰੀ ਸਿੱਖਿਆ ਪ੍ਰਾਪਤ ਕਰਨ 'ਚ। ਔਰ ਜਦੋਂ ਇਗਜ਼ਾਮ ਦੇਣੇ ਹੁੰਦੇ ਸੀਗੇ, ਕਿਉਂਕਿ ਵਿਆਹ ਹੋ ਗਿਆ 99 'ਚ ਅਤੇ 90 ਦੇ ਵਿੱਚ ਬੇਟੀ ਦਾ ਬਰਥ ਹੋ ਗਿਆ। ਫਿਰ ਬੱਚਿਆਂ ਨੂੰ ਕਰੈਚੇ 'ਚ ਭੇਜਣਾ, 9 ਤੋਂ 5 ਨੌਕਰੀ ਕਰਨੀ ਅਤੇ ਨਾਲ ਪੜ੍ਹਨ ਦਾ ਵੀ ਚਾਅ, ਹੈ ਨਾ। ਫਿਰ ਜੀਵਨ ਸਾਥੀ ਵੀ ਅੱਛੇ, ਸਹੁਰਾ ਪਰਿਵਾਰ ਬਹੁਤ ਅੱਛਾ, ਬਹੁਤ ਅੱਛਾ। ਪਰਮਾਤਮਾ ਸਭ ਦੀਆਂ ਬੇਟੀਆਂ ਨੂੰ ਐਸੀ ਫੈਮਿਲੀ ਦੇਵੇ। ਤੇ ਜਿਹੜੀ PhD ਸੀ ਫਿਰ ਇਸ ਵਿਆਹ ਤੋਂ ਬਾਅਦ ਫਿਰ ਹੀ ਹੋਈ? ਸਾਰੀ ਪੜ੍ਹਾਈ ਹੀ ਸਿਰਫ BA ਪਾਰਟ 1 ਕੀਤਾ ਹੋਇਆ ਸੀਗਾ ਮੈਂ। ਤੇ ਪਰ ਐਂ ਕਿ 2 ਸਾਲ ਦਾ ਗੈਪ ਪੈ ਜਾਂਦਾ ਸੀਗਾ, ਜਿਹਦੇ ਕਰਕੇ ਕਾਫੀ ਲੰਮਾ ਸਮਾਂ ਲੱਗ ਗਿਆ ਪੜ੍ਹਾਈ ਨੂੰ। MA ਪੰਜਾਬੀ ਕੀਤੀ, ਫਿਰ MA ਧਰਮ ਅਧਿਐਨ 'ਚ ਕੀਤੀ, ਫਿਰ ਦੂਜੀਆਂ ਜ਼ੁਬਾਨਾਂ ਥੋੜ੍ਹਾ ਸਿੱਖਣ ਦਾ ਸ਼ੌਕ ਹੈਗਾ। ਫਿਰ ਉਰਦੂ ਦਾ ਕੀਤਾ ਸਰਟੀਫਿਕੇਟ ਕੋਰਸ, ਉਹਦੇ 'ਚੋਂ ਟੌਪ ਕੀਤਾ ਮੈਂ ਯੂਨੀਵਰਸਿਟੀ 'ਚੋਂ। ਫਿਰ ਮੈਂ ਪਰਸ਼ੀਅਨ ਦੀ ਗ੍ਰੈਜੂਏਸ਼ਨ ਕੀਤੀ, ਐਡੀਸ਼ਨਲ ਕੀਤੀ, ਉਹਦੇ ਵਿੱਚ 86% ਆਏ ਮੇਰੇ। ਫਿਰ PhD ਦਾ ਮਨ ਬਣ ਗਿਆ ਅਤੇ ਯੂਨੀਵਰਸਿਟੀ ਪਰਮਿਸ਼ਨ 2 ਵਾਰ ਤਾਂ ਮੈਨੂੰ ਪਰਮਿਸ਼ਨ ਨਹੀਂ ਮਿਲੀ, 2 ਵਾਈਸ ਚਾਂਸਲਰ ਨੇ ਨਹੀਂ ਦਿੱਤੀ ਕਿ ਨੌਨ ਟੀਚਿੰਗ ਵਾਲੇ ਨੇ ਵੀ ਕੀ ਕਰਨੀ ਹੈ ਨਾ। ਫਿਰ ਕਿਸਮਤ ਨੂੰ ਜਦੋਂ 3rd ਵਾਈਸ ਚਾਂਸਲਰ ਆਏ, ਫਿਰ ਮੈਂ ਅਰਜ਼ੀ ਦਿੱਤੀ ਕਿ ਵੀ ਜੇ ਕੋਈ ਆਪਦੇ ਵੱਲੋਂ ਹੀ ਤਰਕ ਦਿੱਤਾ ਕਿ ਜੇ ਕੋਈ ਇੰਪਲੋਈ ਪੜ੍ਹਦਾ ਹੈ ਤਾਂ ਉਹਦਾ ਯੂਨੀਵਰਸਿਟੀ ਨੂੰ ਕਿਸੇ ਵੀ ਪੱਧਰ 'ਤੇ ਕੋਈ ਨੁਕਸਾਨ ਨਹੀਂ ਹੈ ਨਾ, ਫਾਇਦਾ ਹੀ ਹੁੰਦਾ ਕਿਸੇ ਨਾ ਕਿਸੇ ਪੱਧਰ 'ਤੇ। ਤਾਂ ਫਿਰ ਜਦੋਂ PhD ਦਾ ਮਨ ਬਣਾਇਆ ਤਾਂ ਮੇਰੇ ਗਾਈਡ ਡਾਕਟਰ ਭੁਪਿੰਦਰ ਸਿੰਘ ਖਹਿਰਾ, ਉਹਨਾਂ ਨਾਲ ਸਲਾਹ ਕੀਤੀ। ਉਹਨਾਂ ਨੇ ਮੈਨੂੰ ਗ੍ਰੈਜੂਏਸ਼ਨ ਕਰਦਿਆਂ ਹੀ ਇੱਕ ਵਾਰ ਕਿਹਾ ਸੀ ਕਿ ਰਾਜਵੰਤ ਜੇ ਤੂੰ ਕਦੇ PhD ਕਰਨੀ ਤਾਂ ਮੇਰੇ ਨਾਲ ਕਰਨੀ ਹੈ। ਭਾਵੇਂ ਉਹ ਭੁੱਲ ਗਏ। ਫਿਰ ਮੈਂ ਇੱਥੇ ਇੱਕ ਗੱਲ ਨਾਲ ਕਰੂੰਗਾ, ਕਿਉਂਕਿ ਫਿਰ ਜਿਹੜੇ ਗੀਤ ਸੀਗੇ ਇੰਨਾ ਸਮਾਂ ਮਿਲ ਜਾਂਦਾ ਸੀ, ਜਾ ਕੇ ਤੁਸੀਂ ਇਕੱਠੇ ਕਰਦੇ ਰਹੇ ਆ, ਪਿੰਡਾਂ 'ਚ ਗਏ ਆ, ਮਾਝਾ ਮਾਲਵਾ ਦੁਆਬਾ ਵਾਲਾ ਨਹੀਂ ਸੀ ਟੌਪਿਕ ਦਿੱਤਾ, ਉਹਨਾਂ ਨੇ ਵਿਸ਼ਾ ਹੋਰ ਦਿੱਤਾ ਸੀ। ਤਾਂ 6 ਮਹੀਨੇ ਉਸ ਵਿਸ਼ੇ ਤੇ ਕੰਮ ਕੀਤਾ, ਪਰ ਅੰਦਰ ਕਿਤੇ ਇਹ ਅੰਦਰ ਸੀਗਾ ਮੇਰੀ। ਹਾਂ ਵੀ ਮੇਰੀ ਨਾ ਉਹ ਵੀ ਆਦਤ ਹੈ ਕਿ ਮੈਂ ਖਾਣਾ ਬਣਾਉਂਦਿਆਂ ਹੋਇਆ ਨਾ ਵੀ ਸੁਹਾਗ ਗਾਓ, ਘੋੜੀਆਂ ਗਾਓ ਜਾਂ ਸ਼ਬਦ ਕੀਰਤਨ ਗਾਓ, ਤਾਂ ਉਹ ਕਰਦੀ। ਫਿਰ ਮੈਂ ਇੱਕ ਦਿਨ ਉਹਨਾਂ ਨੂੰ ਕਹਿ ਹੀ ਦਿੱਤਾ ਕਿ ਡਾਕਟਰ ਸਾਹਿਬ ਮੈਂ ਵਿਆਹ ਦੇ ਲੋਕ ਗੀਤਾਂ 'ਤੇ ਨਹੀਂ ਕਰ ਸਕਦੀ। ਫਿਰ ਮੇਰੀ ਖੁਸ਼ਨਸੀਬੀ ਕਿ ਉਹ ਕਹਿੰਦੇ ਕਿ ਚੱਲ ਤੂੰ ਦੇਖ ਲੈ ਵੀ ਕਿਹੜੇ ਟੌਪਿਕ 'ਤੇ ਕਰਨੀ ਹੈ ਨਾ। ਤਾਂ ਫਿਰ ਮੇਰਾ ਵਿਸ਼ਾ ਸੀਗਾ ਪੰਜਾਬ ਦੇ ਵਿਆਹ ਸਮੇਂ ਦੇ ਲੋਕ ਗੀਤਾਂ ਵਿੱਚ ਭਾਵ ਸੰਚਾਰ। ਔਰ ਉਹ ਕਹਿੰਦੇ ਕਿ 9 ਤੋਂ 5 ਤੇਰੀ ਨੌਕਰੀ ਹੈ, ਤੂੰ ਕਿਵੇਂ ਕਰੇਂਗੀ, ਖੇਤਰੀ ਕਾਰਜ ਹੈ। ਮੈਂ ਕਿਹਾ ਨਹੀਂ, ਮੈਂ ਕਰ ਲਾਂਗੀ, ਹੈ ਨਾ। ਫਿਰ ਮੈਂ ਮਾਝਾ, ਮਾਲਵਾ, ਦੁਆਬਾ, ਪੁਆਧ ਸਾਰੇ ਖੇਤਰਾਂ ਦੇ ਵਿੱਚੋਂ, ਬੱਚੇ ਦੋਨੋਂ ਛੋਟੇ ਸੀਗੇ, ਪਰ ਇਹ ਹੈ ਕਿ ਮੇਰੇ ਪੇਰੈਂਟਸ ਨੇ ਬਹੁਤ ਸਹਿਯੋਗ ਦਿੱਤਾ। ਪਰ ਮੈਂ ਇੱਥੇ ਇੱਕ ਗੱਲ ਕਰਨੀ ਚਾਹੂੰਗਾ ਦਰਸ਼ਕਾਂ ਦੇ ਨਾਲ। ਮੈਂ ਦੱਸ ਦੇਣਾ ਚਾਹੂੰਗਾ ਕਿ ਡਾਕਟਰ ਰਾਜਵੰਤ ਕੌਰ ਪੰਜਾਬੀ ਜੀ ਪੰਜਾਬੀ ਦੇ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸਟਰ, ਜਿਨ੍ਹਾਂ ਦਾ ਇੱਕ ਉੱਘਾ ਨਾਮ ਹੈ ਪੰਜਾਬ 'ਚ, ਉਹਨਾਂ ਦੇ ਹਮਸਫਰ ਨੇ। ਡਾਕਟਰ ਸਾਹਿਬ ਦਾ ਕਿੰਨਾ ਸਹਿਯੋਗ ਰਿਹਾ ਇਸ ਮਾਮਲੇ ਵਿੱਚ? ਡਾਕਟਰ ਸਾਹਿਬ ਵੀ ਕਿਉਂਕਿ ਪੜ੍ਹਨ ਲਿਖਣ 'ਚ ਬਹੁਤ ਰੁਚੀ ਹੈ, ਉਹ ਤਾਂ ਸਵੇਰੇ ਇਸ਼ਨਾਨ ਕਰਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਵੀ ਮੈਂ ਆਪਣੇ ਆਸਣ 'ਤੇ ਬੈਠ ਜਾਵਾਂ, ਹੈ ਨਾ। ਔਰ ਅਸੀਂ ਸਾਰਾ ਪਰਿਵਾਰ ਹੀ ਸਾਡਾ ਲੇਟ ਨਾਈਟ, ਸਾਨੂੰ ਇਹ ਹੁੰਦਾ ਕਿ ਬੱਚੇ ਸੋ ਜਾਣ, ਬੱਚਿਆਂ ਨੂੰ ਇਹ ਹੁੰਦਾ ਕਿ ਮੰਮੀ ਪਾਪਾ ਸੋ ਜਾਣ, ਪਰ ਅਸੀਂ ਸਾਰੇ ਜਾਣੇ ਲੇਟ ਨਾਈਟ ਤੱਕ ਕਿਤਾਬਾਂ ਲੈ ਕੇ ਬੈਠੇ ਰਹਿੰਦੇ ਹਾਂ। ਮੈਨੂੰ ਉਹਨਾਂ ਦਾ ਸਹਿਯੋਗ ਹੈ, ਉਹਨਾਂ ਨੂੰ ਮੇਰਾ ਸਹਿਯੋਗ ਹੈ, ਤਾਂ ਹੀ ਰਲ ਮਿਲ ਕੇ ਕੰਮ ਹੁੰਦਾ ਹੈ। ਹੁਣ ਗੀਤਾਂ ਦੇ ਉੱਤੇ ਜਰਾ ਆ ਜਾਈਏ ਇਸ ਮਾਮਲੇ ਦੇ ਉੱਤੇ ਕਿ ਇੱਕ ਪਾਸੇ ਸੁਹਾਗ ਹੈ, ਘੋੜੀਆਂ ਨੇ, ਉਸ ਤੋਂ ਬਾਅਦ ਸਿੱਖਿਆ ਹੈ, ਸਿਹਰਾ, ਸਾਰੀਆਂ ਬਣ ਗਈਆਂ ਸੁਣਾਂਗੇ। ਪਹਿਲਾਂ ਕੀ ਸੁਣਾ ਰਹੇ ਹੋ, ਕਿਉਂਕਿ ਦਰਸ਼ਕਾਂ ਨੂੰ ਅਸੀਂ ਦੱਸਿਆ ਸੀ ਗੀਤਾਂ ਦੇ ਉੱਤੇ ਗੱਲ ਹੋ ਰਹੀ ਆ, ਤੇ ਫਿਰ ਜ਼ਰੂਰ ਸੁਣਨਾ ਚਾਹੀਦਾ ਮੈਡਮ ਹੋਰਾਂ ਕੋਲ। ਓਕੇ, ਲੜਕੀ ਦੇ ਵਿਆਹ 'ਤੇ ਸੁਹਾਗ ਗਾਏ ਜਾਂਦੇ ਆ। ਸੁਹਾਗ ਦੀਆਂ 2 ਸਤਰਾਂ, ਮੈਂ ਗਾਇਕਾ ਨਹੀਂ ਆ। ਹਾਂ ਨਹੀਂ ਬਿਲਕੁਲ, ਪਰ ਉਹ ਜਿਵੇਂ ਇੱਕ ਧੀ ਕਹਿੰਦੇ ਨੇ ਪੰਜਾਬ ਦੀਆਂ ਜਿਹੜੀਆਂ ਤਰੀਮਤਾਂ ਜਿਸ ਤਰ੍ਹਾਂ ਗੀਤ ਗਾਉਂਦੇ ਨੇ, ਅਸੀਂ ਤਾਂ ਉਹੀ ਚਾਹੁੰਦੇ ਹਾਂ ਕਿ ਉੱਦਾਂ ਕੁਝ ਸੁਣਾਇਆ ਜਾਵੇ। ਹਾਂਜੀ।
ਲੰਮੀਏ ਨੀ ਲੰਜੀਏ ਲਾਲ ਖਜੂਰੇ ਕਿਨੇ ਤੈਨੂੰ ਦਿੱਤਾ ਦੂਰੇ ਬਾਬਲ ਮੇਰਾ ਦੇਸਾਂ ਦਾ ਰਾਜਾ ਉਹਨੇ ਮੈਨੂੰ ਦਿੱਤਾ ਦੂਰੇ। ਬਹੁਤ ਖੂਬਸੂਰਤ ਆਵਾਜ਼ ਹੈ। ਪਤਾ ਲੱਗਦਾ ਹੈ ਕਿ ਕੰਮ ਹੋਇਆ ਵੀ ਹੈ ਤਾਂ ਫਿਰ ਉਹ ਸਿੱਖਿਆ ਵੀ ਹੈ ਬੀਬੀ ਕੋਲ ਜਾ ਕੇ ਜੀ। ਤੇ ਡਾਕਟਰ ਸਾਹਿਬ ਹੁਣ ਮੈਂ ਗੱਲ ਕਰੂੰਗਾ ਕਿ ਤੁਸੀਂ ਬਰੂਨੇ ਮੁਲਕ ਪਾਕਿਸਤਾਨ ਗਏ, ਉੱਥੇ ਜਾ ਕੇ ਕਾਫੀ ਜਿਵੇਂ ਸਿਹਰੇ ਦੀ ਗੱਲ ਆ, ਮੈਨੂੰ ਤੇ ਹੈਰਾਨੀ ਹੋਈ ਆ ਕਿ ਅਸੀਂ ਤਾਂ ਸੋਚਦੇ ਸੀ ਵੀ ਸਾਡੇ ਇੱਧਰ ਵਿਆਹਾਂ ਦੇ ਵਿੱਚ ਸਿੱਖਿਆ ਸਿਹਰਾ ਪੜ੍ਹੀ ਜਾਂਦੀ ਹੈ, ਤੇ ਕਿਉਂਕਿ ਉਹ ਮੁਸਲਮਾਨ ਭਾਈਚਾਰਾ ਕਿ ਉਹਨਾਂ ਵਿੱਚ ਵੀ ਇਦਾਂ ਦਾ ਸੀ ਸਾਰਾ ਕੁਝ। ਜੀ ਅਸਲ 'ਚ ਕੀ ਸੀ ਕਿ ਆਪਣੇ ਨਾ ਪੰਜਾਬੀ ਯੂਨੀਵਰਸਿਟੀ ਨੇ ਇੱਕ ਬਾਲ ਵਿਸ਼ਵਕੋਸ਼ ਛਾਪਿਆ ਸੀ, ਉਹਦੇ ਵਾਸਤੇ ਇੰਦਰਾਜ ਲਿਖਾਉਣੇ ਸੀ, ਤੇ ਉਹਨਾਂ ਦੇ ਸੰਪਾਦਕਾਂ ਵਿੱਚੋਂ ਟੀਮ ਵਿੱਚੋਂ ਇੱਕ ਪ੍ਰੋਫੈਸਰ ਡਾਕਟਰ ਜਸਵਿੰਦਰ ਸਿੰਘ ਸਾਡੇ ਡਿਪਾਰਟਮੈਂਟ 'ਚੋਂ ਸੀ। ਉਹਨਾਂ ਨੂੰ ਪਤਾ ਸੀ ਕਿ ਰਾਜਵੰਤ ਮਿਹਨਤ ਕਰਨ ਵਾਲੀ ਬੱਚੀ ਹੈ, ਤੇ ਉਹਨਾਂ ਨੇ ਮੇਰੇ ਤੋਂ 15 ਇੰਦਰਾਜ ਲਿਖਵਾਏ। ਉਹਨਾਂ ਵਿੱਚੋਂ 2 ਸੀ, ਇੱਕ ਸਿਹਰੇ ਤੇ ਇੱਕ ਸਿੱਖਿਆ ਤੇ। ਔਰ ਫਿਰ ਮੈਂ ਸਾਡੀ ਯੂਨੀਵਰਸਿਟੀ 'ਚ ਰੈਫਰੈਂਸ ਲਾਇਬ੍ਰੇਰੀ ਹੈ, ਮੈਂ ਉਹ ਸਾਰੀ ਲਾਇਬ੍ਰੇਰੀ ਪੂਰੀ ਟੋਲਤੀ ਕਿਤਾਬਾਂ ਦੀ, ਕੋਈ ਕੰਮ ਨਹੀਂ ਸੀ ਹੋਇਆ ਨਾ ਖੋਜ ਦੇ ਪੱਧਰ ਤੇ, ਔਰ ਸੰਕਲਨ ਵੀ ਬਹੁਤ ਘੱਟ। ਤੇ ਮੇਰੀ ਇੱਛਾ ਵੀ ਹੁੰਦੀ ਹੈ ਕਿ ਉਸ ਵਿਸ਼ੇ ਤੇ ਕੰਮ ਕਰਾਂ ਤੇ ਆਪਣੇ ਖੋਜਾਰਥੀਆਂ ਨੂੰ ਵੀ ਉਹੀ ਵਿਸ਼ੇ ਦੇਵਾਂ ਜਿਨ੍ਹਾਂ ਤੇ ਕੰਮ ਘੱਟ ਹੋਇਆ ਹੋਵੇ। ਤਾਂ ਉੱਥੋਂ ਮੈਂ ਜਦੋਂ 2 ਇੰਦਰਾਜ ਲਿਖ ਕੇ ਦਿੱਤੇ ਨਾ, ਤੇ ਉਹ ਕਿਤੇ ਮਨ 'ਚ ਵਸ ਗਿਆ ਕਿ ਇਸ ਵਿਸ਼ੇ ਤੇ ਕੰਮ ਖੁਦ ਹੀ ਕਰਨਾ ਚਾਹੀਦਾ, ਕਿਉਂਕਿ ਜਦੋਂ ਆਪਾਂ ਕਿਸੇ ਖੋਜਾਰਥੀ ਨੂੰ ਵੀ ਦੇ ਦਿੰਦੇ ਆ ਨਾ, ਤਾਂ ਜਿੰਨੀ ਦੇਰ ਤੱਕ ਖੋਜਾਰਥੀ ਦੇ ਅੰਦਰ ਨਹੀਂ ਹੈ ਨਾ ਇਹ ਭਾਵਨਾ ਕਿ ਮੈਂ ਖੇਤਰੀ ਕਾਰਜ ਕਰਨਾ ਹੈ, ਉਨੀ ਦੇਰ ਤੱਕ ਵਿਸ਼ੇ ਦੇ ਨਾਲ ਨਿਭਾ ਨਹੀਂ ਹੋ ਸਕਦਾ ਸਹੀ। ਤਾਂ ਮੈਂ ਪਹਿਲਾਂ ਤਾਂ ਆਪਣੇ ਇੱਧਰ ਵਾਲੇ ਪੰਜਾਬ ਦੇ ਵਿੱਚੋਂ ਸਿਹਰੇ ਤੇ ਸਿੱਖਿਆ ਕੋਸ਼ਿਸ਼ ਕੀਤੀ ਲੱਭਣ ਦੀ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਈ ਮੈਂ, ਕਿਸੇ ਕਈ ਪਿੰਡਾਂ 'ਚ ਤਾਂ ਕਿਸੇ ਘਰ 'ਚ ਕੋਈ ਸਿਹਰਾ ਸਿੱਖਿਆ ਨਹੀਂ ਮਿਲਿਆ। ਲੱਗਦਾ ਹੈ ਮੈਡਮ ਇੱਥੇ ਵੀ 80 ਤੋਂ ਬਾਅਦ ਤਾਂ ਮੇਰੇ ਖਿਆਲ ਵਿਆਹਾਂ 'ਚ ਹੀ ਬਹੁਤ ਘੱਟ ਗਿਆ ਇਸ ਦਾ ਚੱਲਣਾ ਸਿੱਖਿਆ ਸੀ। ਹਾਂ ਨਹੀਂ, ਮੇਰੇ ਦੀਦੀ ਦੀ ਜਦੋਂ ਮੈਰਿਜ ਹੋਈ ਤਾਂ ਮੈਂ ਸਿੱਖਿਆ ਪੜ੍ਹੀ ਸੀ ਆਪਣੇ ਦੀਦੀ ਦੇ ਵਿਆਹ ਤੇ। ਤਾਂ ਸਿੱਖਿਆ ਯਾਦ ਕਰਕੇ ਸੁਣਾਉਣੀ ਹੈ ਹੁਣੇ, ਕਿਉਂਕਿ ਦੇਰ ਹੋ ਗਈ ਬਹੁਤ ਉਹਨੂੰ। ਇਸ ਤਰ੍ਹਾਂ ਕਿ ਕਿਸੇ ਪਿੰਡ ਵਿੱਚ ਜਾਣਾ, ਸਿਉਂਕ ਲੱਗੀ ਹੋਣੀ, ਘੁੰਨੇ ਖਾਧੀਆਂ ਹੋਈਆਂ ਸਿੱਖਿਆਵਾਂ, ਔਰ ਮਹੀਨ ਪੇਪਰ ਹੁੰਦਾ ਸੀ ਬਹੁਤ, ਪ੍ਰੈਸਾਂ ਦੇ ਵਿੱਚ ਜਾਲਿਆਂ ਨਾਲ ਲੱਗੀਆਂ ਹੋਈਆਂ, ਉਹਨਾਂ ਦੀ ਵਰਡਿੰਗ ਅੱਧੀ ਟੁੱਟੀ ਹੋਈ, ਔਰ ਉਹਨਾਂ ਦੇ ਨਾ ਮੈਂ ਨਮੂਨੇ ਵੀ ਆਪਣੀ ਕਿਤਾਬ 'ਚ ਲਾਏ। ਕੈਲੰਡਰ ਛਪਾ ਲੈਂਦੇ ਸੀ ਵਿਆਹਾਂ 'ਚ? ਕੈਲੰਡਰ ਛਪਾਉਂਦੇ ਸੀ, ਹਾਂ। ਲੜਕੀ ਵਾਲੀ ਧਿਰ ਵੱਲੋਂ ਲੜਕੀ ਦੀ ਭੈਣ ਜਾਂ ਸਹੇਲੀ ਜਾਂ ਕੋਈ ਪੇਸ਼ੇਵਰ ਵਿਅਕਤੀ ਸਿੱਖਿਆ ਪੜ੍ਹਦਾ ਸੀ, ਔਰ ਲੜਕੇ ਵਾਲੇ ਪਾਸਿਓਂ ਸਿਹਰਾ ਕਾਰ ਆਉਂਦਾ ਸੀ ਨਾਲ, ਜਿਹਨੇ ਲਿਖਿਆ ਹੁੰਦਾ ਸੀ ਉਹ ਪੜ੍ਹਦਾ ਸੀ, ਔਰ ਬਹੁਤ ਸਾਰੇ ਨਮੂਨੇ ਉਹ ਮਹੀਨ ਪੇਪਰ ਤੇ ਜਿਹੜੇ ਵੰਡੇ ਜਾਂਦੇ ਸੀ। ਮੈਂ ਉਹਨਾਂ ਨੂੰ ਆਪਦੀ ਕਿਤਾਬ ਦੇ ਵਿੱਚ ਉਹ ਪੂਰੇ ਵੇਰਵੇ ਦੇ ਸਹਿਤ ਕਿ ਕਿਹਦੇ ਵਿਆਹ ਤੇ ਕਦੋਂ ਪੜ੍ਹਿਆ, ਕਿਹਨੇ ਪੜ੍ਹਿਆ, ਸਾਰਾ ਵੇਰਵਾ ਦੋਨਾਂ ਘਰਾਂ ਦਾ। ਜਿਹੜੇ ਹਿੰਦੀ ਦੇ ਵਿੱਚ ਮਿਲੇ ਉਹ ਵੀ ਮੈਂ ਸ਼ਾਮਲ ਕੀਤੇ, ਗੁਰਮੁਖੀ 'ਚ ਲਿਪੀ ਅੰਤਰ ਕੀਤੇ। ਪਾਕਿਸਤਾਨ ਗਈ, ਆਪਣੇ ਸਗੋਂ ਇੱਧਰ ਵਾਲੇ ਪੰਜਾਬ 'ਚੋਂ ਮੇਰੀ ਵੰਡ ਤੋਂ ਪਹਿਲਾਂ ਨਾਲ ਕੋਈ ਸਿਹਰਾ ਜਾਂ ਸਿੱਖਿਆ ਕਿਸੇ ਘਰ 'ਚੋਂ ਜਾਂ ਪ੍ਰੈਸ 'ਚੋਂ ਨਹੀਂ ਮਿਲਿਆ। ਜਦੋਂ ਪਾਕਿਸਤਾਨ ਗਏ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਿੱਖਿਆ ਕੀ ਹੁੰਦਾ ਹੈ। ਈਵਨ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜ ਕਰ ਰਹੀ ਹਾਂ, ਤੇ ਮੈਂ ਆਪਣੇ MA ਦੇ BA ਦੇ ਵਿਦਿਆਰਥੀਆਂ ਨੂੰ ਜਦੋਂ ਪੁੱਛਦੀ ਸੀ ਕਿ ਸਿੱਖਿਆ ਬਾਰੇ ਪਤਾ ਤੁਹਾਨੂੰ ਜਾਂ ਸਿਹਰੇ ਬਾਰੇ ਪਤਾ ਹੈ, ਤਾਂ ਸਿਹਰੇ ਬਾਰੇ ਉਹਨਾਂ ਨੂੰ ਸਿਰਫ ਇੰਨਾ ਪਤਾ ਹੁੰਦਾ ਸੀ ਕਿ ਲਾੜੇ ਦੇ ਸਿਰ ਤੇ ਬੰਨਿਆ ਜਾਂਦਾ ਹੈ, ਪਰ ਇਹ ਨਹੀਂ ਸੀ ਪਤਾ ਲੜਕੀਆਂ ਨੂੰ, ਅੱਜ ਦੀਆਂ ਨੂੰ, ਕਿ ਇਹ ਕੋਈ ਸਾਡੇ ਕਾਵਿ ਰੂਪ ਵੀ ਰਹੇ ਨੇ, ਜਿਹਦੇ ਕਰਕੇ ਮੇਰੀ ਜ਼ਿਆਦਾ ਦਿਲਚਸਪੀ ਹੋਈ। ਔਰ ਉਹ ਮੇਰੀ ਕਿਤਾਬ ਬਹੁਤ ਲੈਂਥੀ ਬੁੱਕ ਬਣੀ। ਭਾਸ਼ਾ ਵਿਭਾਗ ਨੇ ਉਸ ਕਿਤਾਬ ਨੂੰ ਸਰਬੋਤਮ ਪੁਸਤਕ ਪੁਰਸਕਾਰ ਵੀ ਦਿੱਤਾ। ਔਰ ਦਾਇਮ ਇਕਬਾਲ ਦਾਇਮ ਦਾ ਲਿਖਿਆ ਹੋਇਆ ਵੰਡ ਤੋਂ ਪਹਿਲਾਂ ਦਾ ਸਿਹਰਾ ਉਰਦੂ ਦੇ ਵਿੱਚੋਂ ਮੈਂ ਟਰਾਂਸਲੇਟ ਕਰਕੇ ਇਸ ਕਿਤਾਬ 'ਚ ਲਾਇਆ। ਗਾਲਿਬ ਦੇ ਸਿਹਰੇ ਉਰਦੂ ਦੇ ਵਿੱਚੋਂ ਟਰਾਂਸਲੇਟ ਕਰਕੇ ਇਸ 'ਚ ਲਾਈ। ਅੱਛਾ, ਇੰਨੀ ਪੁਰਾਣੀ ਵੀ ਸੀ? ਇੰਨੇ ਪੁਰਾਣੇ। ਆਪਣੇ ਤਾਂ ਜਿਵੇਂ ਵਿਆਹ ਤੇ ਇੱਕੋ ਹੀ ਸਿਹਰਾ ਪੜ੍ਹਿਆ ਜਾਂਦਾ ਹੈ, ਪਰ ਪਾਕਿਸਤਾਨ ਵਾਲੇ ਪਾਸੇ ਸਾਰੀ ਰਾਤ ਸਿਹਰੇ ਪੜ੍ਹੇ ਜਾਂਦੇ ਆ, ਔਰ ਦੁਲਹੇ ਦੇ ਦੋਸਤ ਜਿੰਨੇ ਸਿਹਰੇ ਲਿਖ ਕੇ ਲਿਆਂਦੇ ਆ ਉਹਨੇ ਸਿਹਰੇ ਰਾਤ ਪੂਰੀ ਸੁਣੇ ਜਾਂਦੇ ਆ। ਔਰ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਆਪਾਂ ਸਿਹਰੇ ਪੜ੍ਹਦੇ ਹਾਂ, ਕਿ ਲੜਕੀ ਦੇ ਵਿਆਹ ਤੇ ਵੀ ਕੋਈ ਕਾਵਿ ਰੂਪ ਹੈ,
ਜਿਹੜਾ ਉਹਨੂੰ ਰੁਖਸਤ ਹੋਣ ਵੇਲੇ ਕੋਈ ਸਿੱਖਿਆ ਦਿੱਤੀ ਜਾਂਦੀ ਹੋਵੇ ਤਾਂ ਫਿਰ ਉਹ ਮੇਰੇ ਸਿੱਖਿਆ ਸ਼ਬਦ ਨੂੰ ਤਾਂ ਨਹੀਂ ਸਮਝੇ। ਜਦੋਂ ਮੈਂ, ਕਿਉਂਕਿ ਮੈਂ ਸਰਟੀਫਿਕੇਟ ਕੋਰਸ 'ਚ ਉਰਦੂ ਕੀਤਾ ਹੈ, ਪਰਸ਼ੀਅਨ ਕੀਤੀ ਹੋਈ ਹੈ, ਤਾਂ ਜਦੋਂ ਮੈਂ ਰੁਖਸਤ ਸ਼ਬਦ ਬੋਲਿਆ ਨਾ, ਫਿਰ ਉਹਨਾਂ ਨੇ ਹੁੰਗਾਰਾ ਭਰਿਆ ਕਿ ਅਸੀਂ ਰੁਖਸਤ ਹੀ ਗਾਉਂਦੇ ਆ। ਤਾਂ ਫਿਰ ਉਹਨਾਂ ਦੀਆਂ ਸ਼ਾਹਮੁਖੀ ਵਿੱਚ ਲਿਪੀ ਦੇ ਵਿੱਚ ਲਿਖੀਆਂ ਹੋਈਆਂ ਰੁਖਸਤੀਆਂ ਮੈਂ ਲਿਆਈ, ਸ਼ਾਹਮੁਖੀ ਤੋਂ ਗੁਰਮੁਖੀ 'ਚ ਲਿਪੀ ਅੰਤਰ ਕਰਕੇ ਉਹਨਾਂ ਦੇ ਸਿਹਰਿਆਂ ਦੀਆਂ ਫੋਟੋ ਖਿੱਚ ਕੇ, ਰੁਖਸਤੀ ਦੀਆਂ ਫੋਟੋ ਖਿੱਚ ਕੇ ਉਹ ਵੀ ਮੈਂ ਕਿਤਾਬ ਦਾ ਹਿੱਸਾ ਬਣਾਈਆਂ। ਔਰ ਰਿਗਵੇਦ ਤੋਂ ਲੈ ਕੇ ਹੁਣ ਤੱਕ ਦੀ ਮੱਧਕਾਲ 'ਚੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਕਿੱਸਾ ਕਾਵ ਦੇ ਵਿੱਚ ਕਿੱਥੇ ਕਿੱਥੇ ਸਿੱਖਿਆ ਪਈ ਹੈ, ਸੰਸਕ੍ਰਿਤ ਲਿਟਰੇਚਰ 'ਚ ਕਿੱਥੇ ਕਿੱਥੇ ਪਿਆ ਸਿੱਖਿਆ ਤੇ ਸਿਹਰਾ, ਮਤਲਬ ਆਪਣੀ ਮੈਂ ਸਿਹਰਾ ਤੇ ਸਿੱਖਿਆ ਸੰਕਲਨ ਤੇ ਮੁਲਾਂਕਣ ਨਾਂ ਵਾਲੀ ਕਿਤਾਬ 'ਚ ਕੱਲਾ ਸੰਕਲਨ ਨਹੀਂ ਕੀਤਾ, ਉਹਦਾ ਪਹਿਲੀ ਵਾਰ ਰੂਪ ਦੇ ਪੱਖ ਤੋਂ, ਵਿਸ਼ੇ ਵਸਤੂ ਦੇ ਪੱਖ ਤੋਂ, ਸ਼ੈਲੀ ਦੇ ਪੱਖ ਤੋਂ, ਯਾਨੀ ਕਿ ਆਲੋਚਨਾਤਮਕ ਜਿਹੜਾ ਅਧਿਐਨ ਹੈ ਉਹ ਵੀ ਮੈਂ ਕੀਤਾ। ਜੀ ਅੱਛਾ, ਸਿੱਖਿਆ ਦੇ ਮਾਮਲੇ 'ਚ ਕੀ ਹੁੰਦਾ ਸੀ ਜਦੋਂ ਸਿੱਖਿਆ ਮਤਲਬ ਲਿਖੀ ਜਾਂਦੀ ਸੀ, ਫਿਰ ਪੜ੍ਹੀ ਜਾਂਦੀ ਸੀਗੀ, ਉਹ ਜਿਹੜੀ ਲਿਖੀ ਹੋਈ ਇਬਾਰਤ ਉਹਦੇ ਵਿੱਚ ਸਾਰੇ ਜੀਆਂ ਦੇ ਨਾਮ ਹੀ ਆਉਂਦੇ ਹੁੰਦੇ ਸੀ, ਹਨਾ, ਸਾਰੇ ਪਰਿਵਾਰ ਦੇ ਭੈਣ ਭਰਾ ਆਏ। ਹੁਣ ਉਹ ਸਿੱਖਿਆ ਯਾਦ ਆ ਗਈ ਜਿਹੜੀ ਮੈਂ ਆਪਣੀ ਭੈਣ ਦੇ, ਵੱਡੀ ਭੈਣ ਦੇ ਵਿਆਹ ਤੇ ਪੜ੍ਹੀ ਸੀ, ਉਹਦਾ ਇੱਕ ਅੱਧਾ ਬੰਦ ਮੈਂ ਸੁਣਾਉਂਦੀ ਹਾਂ ਤੁਹਾਨੂੰ। ਅੱਜ ਪਤਾ ਏ ਮੈਨੂੰ ਲੱਗ ਗਿਆ ਤੀ ਦੌਲਤ ਇੱਕ ਪਰਾਈ ਏ, ਪਈਆਂ ਗਲੀਆਂ ਤੇਰੀਆਂ ਛੱਡਣੀਆਂ, ਬਿਰਹਾ ਦੀ ਕੜੀ ਅਜ ਆਈ ਏ, ਸੁਣ ਬਾਬਲਾ ਧਰਮੀ ਬਾਬਲਾ, ਆਪੇ ਹੀ ਪਾਲਿਆ ਪੋਸਿਆ ਸੀ, ਆਪੇ ਹੀ ਲਾਡ ਲੜਾਇਆ ਸੀ, ਜੇ ਪਤਾ ਸੀ ਚੀਜ਼ ਬੇਗਾਨੀ ਹੈ, ਕਿਉਂ ਪਿਆਰ ਮੇਰੇ। ਚਲੋ ਬਹੁਤ ਸ਼ੁਕਰੀਆ, ਕਿਉਂਕਿ ਜਿਹੜੀ ਵੰਨਗੀ ਸਾਨੂੰ ਇਹ ਸੁਣਨ ਨੂੰ ਮਿਲ ਗਈ ਆ, ਵਾਕਿਆ ਹੀ ਵਿਸਰ ਚੁੱਕੀ ਆ। ਡਾਕਟਰ ਰਾਜਵੰਤ ਪੰਜਾਬੀ ਹੋਰਾਂ ਨੇ ਇਸ ਦੇ ਉੱਤੇ ਵੱਡਾ ਕੰਮ ਕੀਤਾ ਆ, ਐਡਾ ਵੱਡਾ ਉਦਮ ਆ, ਸੱਚਮੁੱਚ ਹੀ ਜਿਹੜੀ ਹੁਣ ਨਵੀਂ ਪੀੜ੍ਹੀ ਆ ਜਦੋਂ ਇਹਦੇ ਬਾਰੇ ਜਾਣੂ ਹੋਊਗੀ ਤਾਂ ਮੈਂ ਕਹਿ ਸਕਦਾ ਹੈਗਾ ਕਿ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਜਿਹੜੇ ਵਿਆਹ ਨੇ, ਸਾਡਾ ਜਿਹੜਾ ਉਸ ਸਮੇਂ ਦਾ ਸੱਭਿਆਚਾਰ ਸੀ ਉਹਦੇ ਵਿੱਚ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਉਹ ਲਾਈਆਂ ਗਈਆਂ ਨੇ। ਤੇ ਡਾਕਟਰ ਸਾਹਿਬ ਫਿਰ ਪਾਕਿਸਤਾਨ ਦੇ ਲੋਕਾਂ ਨੇ ਕਿੰਨਾ ਕੁ ਤਾਬਨ ਕੀਤਾ ਇਸ ਮਾਮਲੇ ਦੇ ਉੱਤੇ? ਬਹੁਤ ਅੱਛਾ ਰਿਸਪੌਂਸ ਦਿੱਤਾ ਮੈਨੂੰ। ਆਸ਼ ਸਾਹਿਬ ਨੇ ਦੇ ਦੋਸਤ ਨੇ, ਅਸ਼ਰਫ ਸੁਹੇਲ ਭਾਜੀ ਪਖੇਰੂ ਮੈਗਜ਼ੀਨ ਕੱਢਦੇ ਨੇ, ਹਾਂ, ਉਹ ਸਾਨੂੰ ਬਹੁਤ ਸਾਰੇ ਪਿੰਡਾਂ ਵਿੱਚ, ਘਰਾਂ ਵਿੱਚ ਲੈ ਕੇ ਗਏ। ਅਰਸ਼ਦ ਭਾਜੀ ਨੇ, ਉਹਨਾਂ ਦੇ ਘਰੇ ਅਸੀਂ ਗਏ ਜਦੋਂ ਉਹ ਕਹਿੰਦੇ ਕਿ ਵੰਡ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕੋਈ ਸਿੱਖ ਪਰਿਵਾਰ ਸਾਡੇ ਘਰੇ ਆਇਆ, ਔਰ ਉਹਨਾਂ ਦੇ ਘਰ ਚੋਂ ਔਰ ਆਸੇ-ਪਾਸੇ ਵਾਲੇ ਸਾਰੀਆਂ ਲੇਡੀਜ਼ ਇਕੱਠੀਆਂ ਹੋ ਗਈਆਂ ਸਾਡੀ ਖਾਤਰ। ਫਿਰ ਉਹਨਾਂ ਨੇ ਗੀਤ ਸੁਣਾਏ ਬਹੁਤ ਸਾਰੇ, ਮੈਨੂੰ ਉਹ ਮੈਂ ਲਿਖ ਕੇ ਲੈ ਕੇ ਆਈ, ਉਹ ਮੈਂ ਆਪਣੀ ਕਿਤਾਬ ਦਾ ਵੀ ਹਿੱਸਾ ਬਣਾਏ। ਔਰ ਖੇਤਰੀ ਕਾਰਜ ਕਰਦਿਆਂ ਬਹੁਤ ਸਾਰੇ ਐਸੇ ਵੀ ਗੀਤ ਨੇ ਜਿਹੜੇ ਵਿਆਹ ਨਾਲ ਨਹੀਂ ਸੰਬੰਧਿਤ, ਹੋਰ ਜਿਵੇਂ ਆਪਾਂ ਕਹਿ ਦਈਏ ਕਿ ਤੀਆਂ ਨਾਲ ਸੰਬੰਧਿਤ, ਬਹੁਤ ਸੋਹਣੇ। ਔਰ ਜਿਵੇਂ ਆਪਾਂ ਸਿੱਖਿਆ ਸਿਹਰੇ ਦੀ ਗੱਲ ਕਰ ਰਹੇ ਹਾਂ, ਜਿਹੜੀ ਲੜਕੀ ਸਿੱਖਿਆ ਪੜ੍ਹਦੀ ਸੀ ਉਹਨੂੰ ਹੱਲਾਸ਼ੇਰੀ ਦੇਣ ਲਈ, ਉਤਸ਼ਾਹ ਦੇਣ ਲਈ ਜਿਹੜੇ 33 ਧਿਰ ਦੇ ਸਾਰੇ ਬੈਠੇ ਹੁੰਦੇ ਸੀ, ਪਤੇਤੇ ਬੈਠੇ ਹੁੰਦੇ ਸੀ ਸਾਰੇ, ਤੇ ਉਹਨੂੰ ਹਨਾ ਹੌਸਲਾ ਅਫਜ਼ਾਈ ਕਰਦੇ ਸੀ ਦੇ ਕੇ ਕੁਛ ਨਾ ਕੁਛ। ਔਰ ਜਿੰਨੀ ਜ਼ਿਆਦਾ ਭਾਵੁਕ ਕਰਨ ਵਾਲੀ ਸਿੱਖਿਆ ਹੁੰਦੀ ਸੀ ਓਨੀ ਜ਼ਿਆਦਾ ਅੱਛੀ ਮੰਨੀ ਜਾਂਦੀ ਸੀ। ਬਿਲਕੁਲ ਉਹ ਪ੍ਰਤੀਤ ਹੋ ਰਿਹਾ। ਮੈਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਡਾਕਟਰ ਸਾਹਿਬਾ ਆਪਣੀ ਭੈਣ ਦੇ ਵਿਆਹ ਦਾ ਜਿਹੜੀ ਸਿੱਖਿਆ ਆ ਉਹ ਉਹਨਾਂ ਨੇ ਸਾਨੂੰ ਪੜ੍ਹ ਕੇ ਸੁਣਾਈ, ਉਹ ਖੁਦ ਭਾਵੁਕ ਹੋ ਗਏ ਨੇ। ਸੋਚੋ ਜਰਾ ਕਿ ਜਦੋਂ ਜਿਹੜੇ ਪੁਰਾਣੇ ਇਸ ਟਾਈਮ ਦਰਸ਼ਕ ਸਾਡੇ ਜਿਨ੍ਹਾਂ ਨੇ ਉਹ ਵੇਲਾ ਵੇਖਿਆ ਆ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਦੋਂ ਸਿੱਖਿਆ ਪੜ੍ਹੀ ਜਾਂਦੀ ਸੀ ਵਿਆਹ ਦੇ ਵਿੱਚ, ਧੀ ਦੇ ਵਿਆਹ ਦੀ, ਤੇ ਉਦੋਂ ਹਰੇਕ ਅੱਖ ਜਿਹੜੀ ਆ ਹੰਝੂ ਵਹਾਉਂਦੀ ਸੀ। ਇਦਾਂ ਦੀ ਮਤਲਬ ਭਾਵੁਕਤਾ ਜਿਹੜੀ ਸੀਗੀ ਉਸ ਕਾਵਿਕ ਰੂਪ ਦੇ ਵਿੱਚ ਪਰੋਈ ਹੁੰਦੀ ਸੀਗੀ, ਪਰ ਹੁਣ ਉਹ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਅੱਛਾ, ਫਿਰ ਉਧਰੋਂ ਯਾਨੀ ਕਿ ਡਾਕਟਰ ਅਸ਼ਰਫ ਸੁਹੇਲ ਹੋਰਾਂ ਨੇ, ਉਹਨਾਂ ਨੇ ਕਾਫੀ ਤਾਵਨ ਕੀਤਾ, ਬਹੁਤ ਸਾਰੇ, ਬਹੁਤ ਮਦਦ ਕੀਤੀ। ਹੋਰ ਵੀ ਬਹੁਤ ਸਾਰੇ ਸਾਥੀ ਸੀਗੇ ਸਾਡੇ। ਨਨਕਾਣਾ ਸਾਹਿਬ ਗਏ, ਉੱਥੋਂ ਕਲਿਆਣ ਭਾਜੀ ਸੀਗੇ, ਉਹਨਾਂ ਨੇ ਬਹੁਤ ਮਦਦ ਕੀਤੀ। ਉੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਵੀ ਗਏ, ਅਸੀਂ 2 ਵਾਰੀ ਗਏ। ਤਾਂ ਕਵੀ ਦਰਬਾਰ ਹੋਏ, ਉਹਨਾਂ ਦੇ ਵਿੱਚ ਵੀ ਭਾਗੀਦਾਰੀ ਕੀਤੀ। ਔਰ ਸਿੱਖ ਪਰਿਵਾਰਾਂ ਨੂੰ ਮਿਲੇ ਬਹੁਤ ਸਾਰੇ ਨਨਕਾਣਾ ਸਾਹਿਬ,
ਉੱਥੋਂ ਵੀ ਇਕੱਠੇ ਕੀਤੇ। ਅੱਛਾ, ਉਹਨਾਂ ਨੂੰ ਤਾਂ ਚਾਅ ਚੜਿਆ ਹੋਣਾ ਵੀ ਇੱਕ ਸਿੱਖ ਬੀਬੀ ਜਿਹੜੀ ਆ ਚੜ੍ਹਦੇ ਪੰਜਾਬ 'ਚ ਉੱਧਰ ਆ ਕੇ ਕੰਮ ਕਰ ਰਹੇ ਨੇ। ਬਿਲਕੁਲ, ਉਹ ਤਾਂ ਹਜੇ ਵੀ ਬੁਲਾਉਂਦੇ ਨੇ, ਜੀ, ਜੀ। ਪਰ ਐ ਹੈ ਕਿ ਜਾਣਾ ਬਹੁਤ ਮੁਸ਼ਕਿਲ ਹੈ, ਜੀ, ਘਰ ਬਿਲਕੁਲ। ਪਰਿਵਾਰ ਦੇ ਹੋਰ ਰੁਝੇਵੇਂ ਬਹੁਤ ਹੁੰਦੇ ਆ, ਹੈ ਨਾ। ਹਾਂ। ਤੇ ਗੱਲ ਆਪਾਂ ਕਰਾਂਗੇ ਜਿਵੇਂ ਹੁਣ ਸਾਡੇ ਸੁਹਾਗ ਸੀ, ਘੋੜੀਆਂ ਸੀਗਾ, ਮੈਂ ਚਾਹੂੰਗਾ ਕਿ ਕੋਈ ਵੰਨਗੀ ਉਹਦੀ ਵੀ ਜ਼ਰੂਰ ਸੁਣਾਈ ਜਾਵੇ। ਘੋੜੀ ਸੁਣਾਉਣੀ ਆ ਫਿਰ ਮੈਂ। ਘੋੜੀਆਂ 'ਚ ਨਾ ਅਸਲ 'ਚ ਘੋੜੀਆਂ ਨੇ ਨਾ, ਇਹ ਮਹਿਮਾਮਈ ਗੀਤ ਨੇ, ਜੀ ਜੀ ਜਿਵੇਂ ਸੁਹਾਗ ਵੇਦਨਾ ਨਾਲ ਭਰਪੂਰ ਨੇ, ਆਪਣੇ ਇੱਕ ਅੰਗ ਨੇ, ਭੈਣ ਭਰਾ ਨੇ, ਜਿਹਨੇ ਇੰਨੇ ਸਾਲ ਜਿਸ ਘਰ 'ਚ ਜਨਮ ਲਿਆ ਹੈ ਨਾ, ਉਹ ਸਾਰੇ ਭੈਣਾਂ ਭਰਾਵਾਂ ਨਾਲੋਂ ਵਿਛੜ ਕੇ ਜਾਣਾ ਹੈ, ਤਾਂ ਇਹ ਰੁਦਨਮਈ ਗੀਤ ਨੇ। ਪਰ ਘੋੜੀਆਂ ਨੇ ਜਿਹੜੀਆਂ ਉਹ ਉਸਤਤਮਈ ਨੇ, ਮਹਿਮਾਮਈ ਨੇ, ਚਾਅ ਦਾ ਹੈ, ਹਾਂ ਚਾਅ ਹੈ, ਉਤਸ਼ਾਹ ਹੈ, ਆਪਣੇ ਘਰ ਵਿੱਚ ਵਿਆਹ ਕੇ ਲਿਆਉਣਾ ਇੱਕ ਮੈਂਬਰ ਨੂੰ। ਤਾਂ ਇੱਕ ਘੋੜੀ ਮੈਂ ਸੁਣਾਉਂਦੀ ਹਾਂ। ਵੀਰਾ ਅੰਦਰੋਂ ਲਟਕੰਦੜਾ ਨਿਕਲਿਆ, ਚੰਦਾ ਅੰਦਰੋਂ ਲਟਕੰਦੜਾ ਨਿਕਲਿਆ, ਤੈਂ ਮੇਰੀ ਚੰਚਲ ਘੋੜੀ ਕਿਉਂ ਫੜੀ। ਛੱਡ ਦੇ ਨੀ ਮਾਤਾ ਪਿਆਰੀ, ਛੱਡ ਦੇ ਨੀ ਮਾਤਾ ਪਿਆਰੀ, ਤੈਂ ਮੇਰੀ ਚੰਚਲ ਘੋੜੀ ਕਿਉਂ ਫੜੀ। ਜਿੱਦੇ ਤੂੰ ਜਰਮਿਆ ਤੇਰਾ ਜਰਮ ਸਵਾਰਿਆ, ਜਿੱਦੇ ਤੂੰ ਜਰਮਿਆ ਤੇਰਾ ਜਰਮ ਸਵਾਰਿਆ, ਉਹਦੇ ਦਾ ਜਸ ਮੈਨੂੰ ਦੇ ਚੜੀ। ਵੀਰਾ ਅੰਦਰੋਂ ਲਟਕੰਦੜਾ ਨਿਕਲਿਆ, ਚੰਦਾ ਅੰਦਰੋਂ ਲਟਕੰਦੜਾ ਨਿਕਲਿਆ, ਤੈਂ ਮੇਰੀ ਚੰਚਲ ਘੋੜੀ ਕਿਉਂ ਫੜੀ। ਛੱਡ ਦੇ ਨੀ ਦਾਦੀ ਪਿਆਰੀ, ਛੱਡ ਦੇ ਨੀ ਦਾਦੀ ਪਿਆਰੀ, ਤੈਂ ਮੇਰੀ ਚੰਚਲ ਘੋੜੀ ਕਿਉਂ ਫੜੀ। ਜਿੱਦੇ ਤੂੰ ਜਰਮਿਆ ਵੇ ਮੈਂ ਢੋਲ ਰਖਾਇਆ, ਜਿੱਦੇ ਤੂੰ ਜਰਮਿਆ ਵੇ ਮੈਂ ਢੋਲ ਰਖਾਇਆ, ਉਹਦੇ ਦਾ ਜਸ ਮੈਨੂੰ ਦੇ ਚੜੀ। ਇਸੇ ਤਰ੍ਹਾਂ ਹੀ ਫਿਰ ਭੂਆ ਨੂੰ ਪੁੱਛਦਾ ਵੀ ਕਿਉਂ ਰੋਕਿਆ। ਭੂਆ ਕਹਿੰਦੀ ਹੈ ਕਿ ਮੈਂ ਤੇਰਾ ਨਾਮ ਰਖਾਇਆ, ਮੈਨੂੰ ਉਦਣ ਦਾ ਜਸ ਦੇ। ਭੈਣ ਕਹਿੰਦੀ ਹੈ ਮੈਂ ਤੈਨੂੰ ਗੋਦ ਖੜਾਇਆ। ਤਾਂ ਘੋੜੀਆਂ ਦੇ ਵਿੱਚ ਨਾ ਜਿਹੜੀ ਰਿਸ਼ਤਿਆਂ ਦੀ ਕਾਰਜਾਤਮਕ ਮਹੱਤਤਾ ਹੈ ਨਾ, ਉਹ ਉਜਾਗਰ ਹੁੰਦੀ ਹੈ। ਜਿਸ ਤਰ੍ਹਾਂ ਕਿਤੇ ਭਾਬੀ ਸੁਰਮਾ ਪਾ ਰਹੀ ਹੈ ਤਾਂ ਸੁਰਮਾ ਭੈਣ ਨਹੀਂ ਪਾ ਰਹੀ, ਤਾਂ ਹੁਣ ਉੱਥੇ ਪਤਾ ਹੈ ਕਿ ਦੇਵਰ ਹੈ, ਉਹਨੇ ਵਿਆਹਿਆ ਜਾਣਾ ਹੈ, ਅੱਗੋਂ ਨਵੇਂ ਪਰਿਵਾਰ ਦੀ ਸਿਰਜਣਾ 'ਚ ਉਹਨੇ ਪੈਣਾ ਹੈ, ਗ੍ਰਹਿਸਥ ਆਸ਼ਰਮ 'ਚ ਪ੍ਰਵੇਸ਼ ਕਰਨਾ ਹੈ, ਤਾਂ ਉੱਥੇ ਉਹ ਭੈਣ ਰਸਮਾਂ ਨਹੀਂ ਨਿਭਾਉਂਦੀ ਉਹ ਵਾਲੀਆਂ। ਹੁਣ ਮਾਂ ਹੈ, ਉਹਨੇ ਜੋੜੀ ਵਿਆਹ ਕੇ ਆਉਣੀ ਹੈ, ਤਾਂ ਮਾਂ ਨੇ ਪਾਣੀ ਵਾਰਨਾ ਹੈ, ਤਾਂ ਹੁਣ ਉੱਥੇ ਭੈਣ ਨੇ ਨਹੀਂ ਪਾਣੀ ਵਾਰਨਾ, ਦਰਾਣੀ ਦਿਓਰ ਦਰਾਣੀ ਭਾਬੀ ਕਿਸੇ ਹੋਰ ਰਿਸ਼ਤੇ ਨੇ ਨਹੀਂ ਵਾਰਨਾ। ਤਾਂ ਮਾਂ ਹੈ ਜਿਹੜੀ ਤਿਆਰ ਹੈ ਕਿ ਭਵਿੱਖ ਦੇ ਵਿੱਚ ਮੇਰੇ ਪੁੱਤ ਨੂੰ ਜਾਂ ਮੇਰੇ ਨੂੰਹ ਨੂੰ ਕੋਈ ਵੀ ਬਲਾਵਾਂ ਉਹਨਾਂ ਦੇ ਸਿਰ ਤੇ ਨਾ ਆਉਣ। ਤਾਂ ਮਾਂ ਰੋਕ ਰਹੀ ਹੈ ਪਾਣੀ ਨੂੰ ਗਵਾਹ ਮੰਨ ਕੇ, ਜਲ ਦੇਵਤਾ ਨੂੰ ਗਵਾਹ ਮੰਨ ਕੇ, ਕਿ ਜਲ ਦੇਵਤਾ ਇਹਨਾਂ ਦੇ ਆਉਣ ਵਾਲੀਆਂ ਬਲਾਵਾਂ ਜਿਹੜੀਆਂ ਉਹ ਮੇਰੇ ਸਿਰ ਤੇ ਪੈਣ, ਇਹਨਾਂ ਦੀ ਗ੍ਰਹਿਸਥ ਜ਼ਿੰਦਗੀ ਹੈ ਜਿਹੜੀ ਖੁਸ਼ਹਾਲ ਰਹੇ। ਬਹੁਤ ਹਾਂ, ਅਸੀਂ ਪਾਣੀ ਪਿਤਾ ਕਿਹਾ ਪੰਜਾਬ ਬਿਲਕੁਲ ਬਿਲਕੁਲ। ਔਰ ਉਸ ਪਾਣੀ ਪਿਤਾ ਨੂੰ ਜਦੋਂ ਲੈ ਕੇ ਗੜਬੀ 'ਚ ਮਾਂ ਵਾਰਦੀ ਪਾਣੀ, ਮਾਂ ਵਾਰ ਮਤਲਬ ਚਾਹੇ ਸਿੰਬੋਲਿਕਲੀ ਨਿਭਾ ਰਹੇ ਹਾਂ ਅਸੀਂ, ਪਰ ਸਾਡਾ ਜਿਹੜਾ ਲੋਕ ਮਨ ਹੈ ਨਾ, ਉਹ ਬਹੁਤ ਸਿਆਣਾ ਸੀ ਕਿ ਕਿਹੜੀ ਰਸਮ 'ਚ ਕਿਹਨੇ ਕਿਵੇਂ ਹਿੱਸਾ ਪਾਉਣਾ ਹੈ, ਹਨਾ। ਵੱਡੀ ਗੱਲ ਹੈ। ਅੱਛਾ, ਇੱਥੇ ਡਾਕਟਰ ਸਾਹਿਬ ਮੈਂ ਇਹ ਕਹਿਣਾ ਚਾਹੂੰਗਾ ਕਿ ਜਦੋਂ ਮਾਝਾ, ਮਾਲਵਾ, ਦੁਆਬਾ ਤੇ ਪੁਆਧ ਦੀ ਗੱਲ ਕਰਦੇ ਨੇ,
ਹਰੇਕ ਖਿੱਤੇ ਦਾ ਆਪਣਾ ਰੰਗ ਹੈ ਬੋਲੀ ਦਾ। ਉਪਭਾਸ਼ਾਈ ਲਹਿਜਾ। ਹਾਂਜੀ, ਹੁਣ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਜਨਮਿਆ ਨਹੀਂ ਕਿਹਾ, ਮੈਂ ਜਰਮਿਆ ਕਿਹਾ, ਹੈ ਨਾ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਗੀਤਾਂ ਦੇ ਵਿਚਲੀ ਮੌਲਿਕਤਾ ਹੈ ਨਾ, ਜਾਂ ਆਪਾਂ ਕਹਿ ਦਈਏ ਕਿ ਟਕਸਾਲੀ ਰੰਗਨ ਅਸੀਂ ਹਰ ਇੱਕ ਉਹਦੇ ਵਿੱਚ ਲਿਆਈ ਜਾ ਰਹੇ ਹਾਂ, ਜਾਂ ਆਪਾਂ ਕਹਿ ਦਈਏ ਕਿ ਪੂਰਾ ਜਿਹੜਾ ਵਿਸ਼ਵ ਹੈ ਉਹ ਇੱਕ ਪਿੰਡ ਬਣ ਰਿਹਾ ਹੈ। ਪਰ ਜਿਹੜਾ ਇਹ ਉਪਭਾਸ਼ਾਵਾਂ ਦੇ ਪੱਧਰ ਤੇ ਵਖਰੇਵਾਂ ਹੈ ਨਾ, ਇਹ ਜ਼ਰੂਰ ਬਰਕਰਾਰ ਰਹਿਣਾ ਚਾਹੀਦਾ ਹੈ। ਹਾਂ, ਹੁਣ ਜਿਵੇਂ ਮੈਂ ਪੁਆਧ ਦੇ ਖੇਤਰ 'ਚ ਵੀ ਆਪਣੇ ਨਾ ਪ੍ਰਸਾਰ ਭਾਰਤੀ ਦਾ ਪ੍ਰੋਜੈਕਟ ਸੀ, ਪੂਰੇ ਭਾਰਤ ਦੇ ਵਿੱਚੋਂ ਲੋਕ ਗੀਤ ਇਕੱਠੇ ਕਰਨੇ ਸੀ ਕਿ ਉਹਨਾਂ ਦਾ ਭਾਸ਼ਾਈ ਲਹਿਜਾ ਵੀ ਬਰਕਰਾਰ ਰਹੇ। ਤਾਂ ਮੈਨੂੰ ਉਹਨਾਂ ਨੇ 2 ਵਾਰ ਜ਼ਿੰਮੇਵਾਰੀ ਦਿੱਤੀ, ਮੈਂ ਉਹ ਸੇਵਾ ਨਿਭਾਈ, ਮਾਲਵੇ ਦੇ ਪਿੰਡਾਂ ਵਿੱਚ ਗਈ ਔਰ ਬਹੁਤ ਸਾਰੇ ਪਰਿਵਾਰ ਜਿਹੜੇ ਪਾਕਿਸਤਾਨ ਛੱਡ ਕੇ ਆਏ ਸੀ, ਉਹਨਾਂ ਪਰਿਵਾਰਾਂ ਨੂੰ ਵੀ ਮਿਲੀ, ਉਹਨਾਂ ਦੇ ਵੀ ਮਤਲਬ ਬਹੁਤ ਸਾਰੇ ਰੇਅਰ ਗੀਤ ਵੀ ਮਿਲੇ। ਫਿਰ ਪੁਆਧ ਦੇ ਇਲਾਕੇ ਵਿੱਚ ਗਈ ਤਾਂ ਉਹ ਜਿਹੜੀ ਪੁਆਧੀ ਟੱਚ ਹੈ, ਹੁਣ ਤੁਸੀਂ ਦੇਖੋ ਕਿ ਪੁਆਧੀ ਗੀਤਾਂ 'ਚੋਂ ਇੱਕ ਗੀਤ ਵਿੱਚ ਇੱਕ ਵਾਕੰਸ਼ ਆਇਆ, ਹੋਲਰ ਕੇ ਹੋਏ ਪਾ। ਹੁਣ ਅਸੀਂ ਪੰਜਾਬ ਦੇ ਵਸਨੀਕ ਹਾਂ, ਜੇ ਮੈਂ ਆਪਣੇ ਵਿਦਿਆਰਥੀਆਂ ਨੂੰ ਪੁੱਛਦੀ ਹਾਂ ਜਾਂ ਆਪਦੀ ਪੀੜ੍ਹੀ ਦੇ ਹੀ ਕਿਸੇ ਵਿਅਕਤੀ ਨੂੰ ਪੁੱਛਦੀ ਹਾਂ ਕਿ ਹੋਲਰ ਕਿਹਨੂੰ ਕਹਿੰਦੇ ਆ, ਨਹੀਂ ਪਤਾ ਸਾਨੂੰ, ਹੈ ਨਾ। ਤਾਂ ਹੁਣ ਹੋਲਰ ਕੀ ਹੈ? ਪੁੱਤ ਹੈ, ਪੁੱਤ ਦੇ ਜਨਮ ਤੇ ਹੋਲਰ ਕੇ ਹੋਏ ਪਾ, ਯਾਨੀ ਕਿ ਪੁੱਤਰ ਦੇ ਜਨਮ ਤੇ। ਤਾਂ ਹੁਣ ਉਹ ਗੀਤ ਜਿਹੜੇ ਪੁੱਤਰ ਦੇ ਜਨਮ ਨਾਲ ਸੰਬੰਧਿਤ ਨੇ, ਜਿਵੇਂ ਦੁਆਬੇ ਵਾਲੇ ਕਹਿ ਦਿੰਦੇ ਕਿ ਵਿਆਹੀਆਂ ਗਾਉਣੀਆਂ ਨੇ, ਇਸੇ ਤਰ੍ਹਾਂ ਜਿਹੜੇ ਪੁਆਧ ਵਾਲੇ ਕਹਿੰਦੇ ਨੇ ਕਿ ਰਣ ਝੁੰਝਣੜੇ ਗਾਉਣੇ ਆ। ਤਾਂ ਸਾਨੂੰ ਪਤਾ ਹੀ ਨਹੀਂ ਹੈ ਕਿ ਝੂਲੇ ਦੇ ਗੀਤਾਂ ਨੂੰ ਰਣ ਝੁੰਝਣੜੇ ਕਹਿੰਦੇ ਆ। ਤਾਂ ਹੁਣ ਇਹ ਬਹੁਤ ਸਾਰੇ ਵਿਸ਼ੇ ਨੇ ਪੁੱਤ ਦੇ ਵਿਆਹ ਨਾਲ, ਹਾਂ, ਪੁੱਤ ਦੇ ਜਨਮ ਨਾਲ ਸੰਬੰਧਿਤ ਹੈ। ਤੁਸੀਂ ਦੇਖੋ ਕਿ ਜਿਵੇਂ ਹਰਿਆ ਗੀਤ ਗਾਉਣੇ ਆਪਾਂ, ਉਹ ਹੁਣ ਪੁੱਤ ਦੇ ਜਨਮ ਨਾਲ ਵੀ ਸੰਬੰਧਿਤ ਹੈ, ਪਰ ਇਹੀ ਗੀਤ ਅੱਗੋਂ ਇੱਕ ਬੰਦ ਹੋਰ ਜੋੜ ਕੇ, ਹੈ ਨਾ, ਕਿ ਉਹ ਮਾਲਣ ਨੂੰ ਘਰੇ ਬੁਲਾਇਆ ਜਾ ਰਿਹਾ ਹੈ, ਸਿਹਰਾ ਗੁੰਦਿਆ ਜਾ ਰਿਹਾ ਕਿ ਕਨਾਤਾਂ ਵਾਲੇ ਘਰ ਵਿੱਚ ਆਉਣਾ ਹੈ। ਤਾਂ ਹੁਣ ਪੁੱਤਰ ਦੇ ਤਾਂ ਜਨਮ ਤੇ ਹੀ ਸ਼ੁਰੂ ਹੋ ਗਏ ਗੀਤ। ਇਹ ਜਿਹੜਾ ਗੀਤ ਹਰਿਆਣੀ ਮਾਲਣ ਹਰਿਆਣੀ ਭੈਣੇ, ਹਰਿਆ ਤੇ ਭਾਗੀ ਭਰਿਆ ਨੇ, ਹਾਂ, ਇਹ ਫਿਰ ਆਪਣੇ ਕਿਹੜੇ ਖਿੱਤੇ ਦਾ ਇਹ ਗੀਤ? ਇਹ ਮਾਲਵੇ ਦਾ, ਇਹ ਮਾਲਵੇ ਦਾ ਗੀਤ ਹੈ। ਹਾਂ, ਇਹ ਦਰੀ ਪ੍ਰਚਲਿਤ ਹੈ ਜ਼ਿਆਦਾ। ਕਾਫੀ ਰੌਚਕਤਾ ਫਿਰ ਤੁਹਾਡੀ ਜਾਨੀ ਕਿ ਬਣੀ ਰਹੀ ਆ, ਹੁਣ ਤੱਕ ਵੀ ਤੁਸੀਂ ਉਦਮ ਕਰ ਰਹੇ ਹੋ, ਹਾਲੇ ਵੀ ਹੈ। ਹਾਂ, ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੂੰਗਾ ਕਿ ਡਾਕਟਰ ਰਾਜਵੰਤ ਕੌਰ ਪੰਜਾਬੀ ਅਕਸਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਅਖਬਾਰਾਂ ਵਿੱਚ, ਕਈ ਮੈਗਜ਼ੀਨਾਂ ਦੇ ਵਿੱਚ, ਪੰਜਾਬੀ ਰਸਾਲਿਆਂ ਵਿੱਚ ਵੀ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਦਾ, ਅਸੀਂ ਵੀ ਪੜ੍ਹਦੇ ਰਹੇ ਹਾਂ ਲਗਾਤਾਰ। ਤੇ ਨਾਲ ਹੀ ਮੈਂ ਗੱਲ ਕਰੂੰਗਾ ਡਾਕਟਰ ਸਾਹਿਬ, ਇਸ ਤੋਂ ਇਲਾਵਾ ਇੱਕ ਕੰਮ ਤੁਹਾਡਾ ਜ਼ਰੂਰ ਜਿਹੜਾ ਸਾਡੀ ਨਜ਼ਰ ਪਿਆ, ਉਹ ਇਹ ਸੀਗਾ ਕਿ ਪਾਕਿਸਤਾਨੀ ਅਗਰ ਪੰਜਾਬੀ ਸਿਨੇਮੇ ਦੀ ਗੱਲ ਕਰ ਲਈ ਜਾਵੇ, ਤੁਸੀਂ ਪੰਜਾਬੀ ਸਿਨੇਮੇ ਦੇ ਗੀਤਾਂ ਦੇ ਉੱਪਰ ਇੱਕ ਵੱਡਾ ਯਾਨੀ ਕਿ ਗ੍ਰੰਥ ਲਿਖਿਆ ਹੈ। ਇਹਦੇ ਉੱਤੇ ਇੰਨਾ ਮਤਲਬ ਵਕਤ ਤੁਸੀਂ ਲਾਇਆ ਹੈ, ਮਤਲਬ ਵੱਡਿਆ ਕਾ ਖੋਜ ਕਰ ਸੀ? ਜੀ ਅਸਲ ਵਿੱਚ ਨਾ ਇਹ ਮੇਰਾ ਆਪਣਾ ਮੌਲਿਕ ਖੋਜ ਕਾਰਜ ਨਹੀਂ ਹੈ। ਪਾਕਿਸਤਾਨ ਦੇ ਅਦੀਬ ਨੇ ਅਖਲਾਕ ਆਤਿਫ, ਉਹ ਕਿਉਂਕਿ ਫਿਲਮ ਖੇਤਰ ਵਿੱਚ ਹੀ ਸਰਵਿਸ ਕਰਦੇ ਰਹੇ, ਉਹ ਸਿਨੇਮਾ ਦੇ ਵਿੱਚ ਉਹਨਾਂ ਦੀ ਡਿਊਟੀ ਹੁੰਦੀ ਸੀ, ਤੇ ਉਹਨਾਂ ਨੇ ਗੀਤਾਂ ਦੀ ਗੂੰਜ ਨਾਂ ਦੀ ਕਿਤਾਬ ਲਿਖੀ, ਜਿਹਦੇ ਵਿੱਚ 1947 ਤੋਂ ਲੈ ਕੇ 2006 ਤੱਕ ਦੇ ਫਿਲਮੀ ਸਾਰੀਆਂ ਜਿੰਨੀਆਂ ਫਿਲਮਾਂ ਬਣੀਆਂ, ਪੰਜਾਬੀ ਬਣੀਆਂ, ਉਹਨਾਂ ਦੇ ਵਿੱਚ ਗੀਤ ਕਿਹੜੇ ਕਿਹੜੇ ਆਏ, ਗੀਤ ਕਿਹਦੇ ਲਿਖੇ ਹੋਏ ਨੇ, ਸੰਗੀਤਕਾਰ ਕੌਣ ਸੀ, ਉਹਦੇ ਵਿੱਚ ਹੀਰੋ ਹੀਰੋਇਨ ਕੌਣ ਸੀ। ਸਿਰਫ ਉਹਨਾਂ ਨੇ ਉਹਦਾ ਕੀ ਕਹਿੰਦੇ ਆਪਾਂ ਕਿ ਸਰਵੇਖਣ ਹੀ ਨਹੀਂ ਸੀ ਕੀਤਾ, ਉਹਦਾ ਸਮਾਜੀ, ਸਿਆਸੀ, ਸਕਾਫਤੀ ਉਹ ਸਕਾਫਤ ਕਹਿੰਦੇ ਨੇ ਉਹ ਸੱਭਿਆਚਾਰ ਨੂੰ, ਤਾਂ ਸਕਾਫਤੀ ਮੁਲਾਂਕਣ ਵੀ ਕੀਤਾ ਹੋਇਆ ਸੀ। ਤਾਂ ਜਦੋਂ ਕਿਤਾਬ ਮੇਰੇ ਤੱਕ ਪਹੁੰਚੀ ਤਾਂ ਮੈਨੂੰ ਲੱਗਿਆ ਕਿ ਸਾਡੇ ਇੱਧਰਲੇ ਪਾਸੇ ਅਖਬਾਰਾਂ ਵਿੱਚ ਵੀ ਔਰ ਕਿਤਾਬਾਂ ਵੀ ਸਿਰਫ ਸਾਡੇ ਸਿਨੇਮਾ ਬਾਰੇ ਮਿਲਦੀਆਂ ਨੇ। ਤਾਂ ਮੈਨੂੰ ਲੱਗਿਆ ਕਿ ਸਾਡੇ ਪਾਠਕਾਂ ਤੱਕ, ਕਿਉਂਕਿ ਅਸੀਂ ਪਾਕਿਸਤਾਨੀ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਔਰ ਗਾਇਕਾਂ ਨੂੰ ਵੀ, ਔਰ ਕਲਾ ਇੱਕ ਚੀਜ਼ ਇਹੋ ਜਿਹੀ ਹੈ ਕਿ ਜਿਹਨੂੰ ਤੁਸੀਂ ਹੱਦਬੰਦੀਆਂ 'ਚ ਨਹੀਂ ਬੰਨ੍ਹ ਸਕਦੇ, ਹੈ ਨਾ। ਤਾਂ ਫਿਰ ਜੇ ਆਪਾਂ ਨੂੰ ਸ਼ਾਹਮੁਖੀ ਲਿਪੀ ਆਉਂਦੀ ਹੈ, ਜੇ ਆਪਾਂ ਉਰਦੂ ਜ਼ੁਬਾਨ ਸਿੱਖੀ ਹੈ, ਫਾਰਸੀ ਸਿੱਖੀ ਹੈ, ਤਾਂ ਸਾਡੇ ਪਾਠਕਾਂ ਤੱਕ ਉਹ ਚੀਜ਼ ਖਜ਼ਾਨਾ ਵੀ ਪਹੁੰਚਣਾ ਚਾਹੀਦਾ ਹੈ, ਜਿਹੜੀ ਲਿਪੀ ਨੂੰ ਉਹ ਨਹੀਂ ਪੜ੍ਹਨਾ ਚਾਹੁੰਦੇ, ਜਾਂ ਜਿਹੜੀ ਸਮੱਗਰੀ ਅੱਛਾ ਲਿਟਰੇਚਰ ਉੱਧਰ ਛਪਿਆ ਉਹ ਇੱਧਰ ਨਹੀਂ ਪਹੁੰਚਿਆ। ਤਾਂ ਗੀਤਾਂ ਦੀ ਗੂੰਜ 800 ਪੰਨਿਆਂ ਦੀ ਕਿਤਾਬ ਸੀ ਉਹ ਪੰਜਾਬੀ ਯੂਨੀਵਰਸਿਟੀ ਨੂੰ ਮੈਂ ਬੇਨਤੀ ਕੀਤੀ, ਮੈਨੂੰ ਆਗਿਆ ਮਿਲੀ, ਤੇ ਉਹ ਮੈਂ ਸਾਰਾ ਸਾਲ
डेली मैं 1 घंटा दिंदी सी और 1 साल च मैं वो प्रोजेक्ट पूरा करके यूनिवर्सिटी ਨੂੰ मैं जमा कराया। ਉਹਦੇ ਤੋਂ ਬਿਨਾ ਇੱਕ ਹੋਰ ਕਿਤਾਬ ਹੈ सईद अहमद फरानी जी ਦੀ, ਉਹ ਹੈ ਪੰਜਾਬੀ ਜ਼ੁਬਾਨ ਨਹੀਂ ਮਰੇਗੀ। और ਉਹਦੇ ਵਿੱਚ ਸ਼ਾਹਮੁਖੀ ਵੀ ਵਰਤੀ ਹੋਈ ਸੀ ਔਰ ਉਰਦੂ ਵੀ ਸੀ, ਵੱਡਾ ਹਿੱਸਾ ਉਰਦੂ 'ਚ ਸੀ ਤੇ ਉਹ ਮੈਂ ਅਨੁਵਾਦ ਵੀ ਕੀਤਾ, ਲਿਪੀ ਅੰਤਰ ਵੀ ਕੀਤਾ। ਉਹਦੇ ਵਿੱਚ ਪੰਜਾਬੀ ਜ਼ੁਬਾਨ ਦੀ ਉਧਰ ਕੀ ਲਹਿੰਦੇ ਪੰਜਾਬ ਵਿੱਚ ਕੀ ਸਥਿਤੀ ਹੈ, ਕਿਹੋ ਜਿਹੀਆਂ ਸਮੱਸਿਆਵਾਂ ਉਹਨਾਂ ਨੂੰ ਦਰਪੇਸ਼ ਨੇ, ਉਹ ਮੈਨੂੰ ਪਤਾ ਲੱਗੀਆਂ। ਤਾਂ ਫਿਰ ਮੈਨੂੰ ਲੱਗਿਆ ਕਿ ਇੱਧਰ ਪੰਜਾਬੀ ਬਾਲ ਸਾਹਿਤ ਤੇ ਔਰ ਪੰਜਾਬੀ ਪਰਿਵਾਰਾਂ ਨੂੰ, ਬੱਚਿਆਂ ਨੂੰ ਕਿੱਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ, ਫਿਰ ਮੈਂ PhD ਕਰਵਾਈ ਉਧਰ ਦੇ ਕੰਮ ਤੇ। ਤਾਂ ਹੁਣ ਸਮੇਂ ਦੀ ਨਜ਼ਾਕਤ ਨੂੰ ਵੀ ਅਸੀਂ ਦੇਖਣਾ ਹੈ। ਜਾਂਦੇ ਜਾਂਦੇ ਇੱਕ ਪਰਿਵਾਰਕ ਸਵਾਲ ਹੈ ਕਿ ਡਾਕਟਰ ਸਾਹਿਬ ਇੱਕ ਵੱਡਾ ਨਾਮ ਹੈ ਪੰਜਾਬ ਦਾ, ਤੁਸੀਂ ਇੱਕ ਵੱਡਾ ਮੁਕਾਮ ਰੱਖਦੇ ਹੋ। ਸਾਡੀਆਂ ਨਜ਼ਰਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜੋ ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਕਈ ਅਰਸੇ ਲੰਮੇ ਤੋਂ, ਤਾਂ ਇੱਕ ਮਿਆਨ 'ਚ 2 ਤਲਵਾਰਾਂ ਕਿਵੇਂ ਸਮਾ ਜਾਂਦੀਆਂ ਨੇ? ਬੜਾ ਔਖਾ ਨਹੀਂ ਹੁੰਦਾ ਕਿ ਤੁਸੀਂ ਵੀ ਡਾਕਟਰ ਦੀ ਉਪਾਧੀ, ਉਹਨਾਂ ਦੀ ਡਾਕਟਰ ਦੀ ਉਪਾਧੀ ਹੈ, ਕਿਵੇਂ ਮਤਲਬ? ਪਰ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਹੈ ਕਿ ਆਸ਼ ਸਾਹਿਬ ਨੂੰ ਐਂ ਲੱਗਦਾ ਸੀ ਕਿ PhD ਮੈਂ ਨਹੀਂ ਕਰਨੀ ਹੈ ਨਾ, ਤੇ ਮੈਂ ਉਹਨਾਂ ਨੂੰ ਬਾਰ-ਬਾਰ ਪ੍ਰੇਰਨਾ ਦੇ ਕੇ, ਉਕਸਾ ਕੇ ਕਿ ਨਹੀਂ, ਜਦੋਂ ਇਸ ਫੀਲਡ ਵਿੱਚ ਤੁਹਾਡਾ ਨਾਂ ਹੈ, ਮੁਹਾਰਤ ਹੈ, ਤਾਂ ਕਰਨੀ ਚਾਹੀਦੀ ਹੈ ਨਾ। ਮੇਰੇ ਤੋਂ ਬਾਅਦ ਉਹਨਾਂ ਨੇ PhD ਕੀਤੀ। ਔਰ ਜਿਵੇਂ ਅਕਸਰ ਲੇਡੀਜ਼ ਨੂੰ ਆਪਣਾ ਸਮਾਂ ਹੈ ਨਾ, ਆਪਣੇ ਸ਼ੌਕ ਦਾ ਤਿਆਗ ਕਰਨਾ ਪੈਂਦਾ ਹੈ, ਬਿਨਾਂ ਸ਼ੱਕ ਮੈਂ ਆਪਣਾ ਜ਼ਿਆਦਾ ਸਮਾਂ ਆਪਦੇ ਸਮੇਂ ਵਿੱਚੋਂ ਹੀ ਕੱਢਿਆ ਹੈ ਕਿ ਘਰ ਗ੍ਰਹਿਸਥ, ਕਿਉਂਕਿ ਦੋਨੋਂ ਪਰਿਵਾਰ, ਪੇਕੇ ਸਹੁਰੇ ਪਰਿਵਾਰ ਸੁੱਖ ਨਾਲ ਵੱਡੇ ਪਰਿਵਾਰ ਸੀ ਔਰ ਸਹੁਰੇ ਪਰਿਵਾਰ ਵਿੱਚੋਂ ਸਾਰੇ ਭੈਣਾਂ ਭਰਾਵਾਂ ਵਿੱਚੋਂ ਇਕੱਲੇ ਆਸ਼ ਸਾਹਿਬ ਪੜ੍ਹੇ ਨੇ, ਤਾਂ ਉੱਧਰ ਦੀਆਂ ਜ਼ਿੰਮੇਵਾਰੀਆਂ ਵੀ ਬਹੁਤੀਆਂ ਸਾਡੇ ਦੋਵਾਂ ਦੇ ਸਿਰ 'ਤੇ ਨੇ। ਔਰ ਜਿਵੇਂ ਘਰ ਦਾ ਕੰਮ ਵੀ ਸਵਾਣੀ ਨੇ ਹੀ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਚਾਹੇ ਪ੍ਰਧਾਨ ਮੰਤਰੀ ਬਣ ਜੇ ਔਰਤ, ਚਾਹੇ ਰਾਸ਼ਟਰਪਤੀ ਬਣ ਜਾਵੇ, ਪਰ ਚੁੱਲ੍ਹਾ ਚੌਂਕਾ, ਘਰ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਸਾਡੇ ਸਮਾਜ ਵਿੱਚ ਉਹਦੇ ਸਿਰ ਹੀ ਨੇ। ਬੰਦੇ ਦਾ ਜਦੋਂ ਜੀ ਚਾਹੇਗਾ ਹੈ ਨਾ, ਉਦੋਂ ਉਹ ਤੁਹਾਨੂੰ ਕੋਆਪਰੇਟ ਕਰ ਸਕਦਾ ਹੈ। ਇਹ ਨਹੀਂ ਹੈ ਕਿ ਲੋੜ ਕਦੋਂ ਹੈ, ਪਰ ਇਸ ਦੇ ਬਾਵਜੂਦ ਵੀ ਆਸ਼ ਸਾਹਿਬ ਬਹੁਤ ਸਾਰਾ ਸਹਿਯੋਗ ਦਿੰਦੇ ਨੇ, ਜਿਹਦੇ ਕਰਕੇ ਮੈਂ ਹੁਣ ਕਿਉਂਕਿ ਪਾਕਿਸਤਾਨੀ ਗਾਇਕਾਵਾਂ 'ਤੇ ਵੀ ਕੰਮ ਕਰ ਰਹੀ ਹਾਂ, ਤਾਂ ਜਦੋਂ ਮੈਂ ਉਹਨਾਂ ਦੀ ਲਾਈਫ ਪੜ੍ਹਦੀ ਹਾਂ ਨਾ, ਉਹਨਾਂ ਦੇ ਬਹੁਤੇ ਕੰਮ ਵਿਆਹ ਤੋਂ ਪਹਿਲਾਂ ਦੇ ਨੇ ਔਰ ਜਦੋਂ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਦੀਆਂ ਨੇ, ਉਦੋਂ ਬਾਅਦ ਬਹੁਤ ਘੱਟ ਗਾਇਕਾਵਾਂ ਨੇ ਜਿਨ੍ਹਾਂ ਨੇ ਵਿਆਹ ਤੋਂ ਬਾਅਦ, ਨਿਕਾਹ ਤੋਂ ਬਾਅਦ ਆਪਦਾ ਕਲਾ ਨੂੰ ਹੈ ਨਾ, ਕਲਾ ਖੇਤਰ 'ਚ ਜਾਰੀ ਰੱਖਿਆ ਆਪਣਾ ਕੰਮ, ਜਾਂ ਜੇ ਕੀਤਾ ਤਾਂ ਬਹੁਤ ਵਿਆਹ ਤੋਂ ਬਾਅਦ ਲੰਮਾ ਵਕਫਾ ਪਿਆ ਕਿ ਬੱਚੇ ਹੋ ਗਏ, ਵੱਡੇ ਹੋ ਗਏ, ਉਸ ਤੋਂ ਬਾਅਦ ਮੁੜੀਆਂ ਉਹ ਦੁਬਾਰਾ। ਤੇ ਸਾਡੇ ਸਮਾਜ ਦੇ ਵਿੱਚ ਦੋਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਨਹੀਂ ਤਾਂ ਔਰਤ ਦੇ ਅੰਦਰਲੀ ਪ੍ਰਤਿਭਾ ਮਰ ਜਾਂਦੀ ਹੈ। ਔਰ ਮੇਰੀ ਖੁਸ਼ਨਸੀਬੀ ਇਹ ਰਹੀ ਕਿ ਮੈਂ ਪਹਿਲੀ ਕਿਤਾਬ ਹੀ ਜਦੋਂ ਲਿਖੀ, ਮੇਰੇ ਮਦਰ ਇਨ ਲਾ ਨੂੰ ਮੈਂ ਕਹਿੰਦੀ ਹੁੰਦੀ ਹਾਂ ਕਿ ਲੋਕ ਧਾਰਾ ਦਾ ਵਗਦਾ ਦਰਿਆ ਨੇ ਜੀ, ਸੱਚਮੁੱਚ ਮਾਵਾਂ ਹੁੰਦੀਆਂ। ਹਾਂ, ਔਰ ਨਹੀਂ, ਲੋਕ ਧਾਰਾ ਵਾਲੇ ਪਾਸੇ ਹਰ ਕਿਸੇ ਦੀ ਦਿਲਚਸਪੀ ਨਹੀਂ ਹੁੰਦੀ। ਜਿਵੇਂ ਮੇਰੇ ਦਾਦੀ ਦੀ ਸੀ, ਮੇਰੇ ਮੰਮਾ ਦੀ ਸੀ, ਤਾਂ ਮੇਰੇ ਸੱਸ ਮਾਂ ਦੀ ਉਹਨਾਂ ਤੋਂ ਵੀ ਜ਼ਿਆਦਾ। ਵੀ ਜਦੋਂ ਮੈਂ PhD ਕਰਦੀ ਸੀ, ਵਿਆਹ ਦੇ ਗੀਤ ਇਕੱਠੇ ਕਰਦੀ ਹੁੰਦੀ ਸੀ ਨਾ, ਤਾਂ ਮੇਰੇ ਬੀਜੀ ਨੇ ਮੈਨੂੰ ਕਹਿਣਾ, ਉਹਨਾਂ ਨੂੰ ਪਤਾ ਕਿ 12 ਵਜੇ ਵੀ ਜਾਗਦੀ ਹੈ, 1 ਵਜੇ ਵੀ ਜਾਗਦੀ ਹੈ, 2 ਵਜੇ ਵੀ ਜਾਗਦੀ ਹੈ, ਤਾਂ ਉਹਨਾਂ ਨੂੰ ਜਦੋਂ ਜਾਗ ਆ ਜਾਣੀ ਨਾ, ਨਵਾਂ ਗੀਤ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਮੈਨੂੰ ਨਹੀਂ ਸੁਣਾਇਆ ਹੋਇਆ, ਤਾਂ ਰਾਜਵੰਤ ਇੱਕ ਗੀਤ ਆ ਗਿਆ, ਸਵੇਰੇ ਪਤਾ ਨਹੀਂ ਯਾਦ ਆਊਗਾ ਕਿ ਨਹੀਂ ਆਊਗਾ, ਵੀ ਤੂੰ ਲਿਖ ਲੈ ਫਟਾਫਟ। ਉਦੋਂ ਤਾਂ ਕਿਉਂਕਿ ਉਹਨਾਂ ਟੇਪ ਰਿਕਾਰਡਰ ਵਗੈਰਾ ਦਾ ਜ਼ਿਆਦਾ ਨਹੀਂ ਸੀ ਹੁੰਦਾ, ਤਾਂ ਮੈਂ ਕਾਪੀਆਂ 'ਤੇ ਉਤਾਰ ਲੈਂਦੀ ਸੀ। ਪਰ ਹੁਣ ਵੀ ਜਦੋਂ ਵੀ ਉਹਨਾਂ ਨੂੰ ਕੋਈ ਲੋਕ ਚਿਕਿਤਸਾ ਦੀ ਗੱਲ, ਕੋਈ ਬਾਤ, ਕੋਈ ਜਿਵੇਂ ਡਾਕੇ ਪੈਂਦੇ ਸੀ, ਜਾਂ ਜਿਹੜੇ ਮੱਝਾਂ ਚੋਰੀ ਹੋ ਗਈਆਂ, ਜਾਂ ਖੂਹ ਜਦੋਂ ਪੁੱਟਣੇ, ਤਾਂ ਖੂਹ ਨਾਲ ਕੋਈ ਵੀ ਚੀਜ਼ ਜਿਹੜੀ ਨਵੀਂ ਉਹਨਾਂ ਨੂੰ ਲੱਗਦਾ ਹੈ ਕਿ ਮੇਰੀ ਆਹ ਨੂੰਹ ਹੈ ਕੰਮ ਦੀ, ਜਿਹੜੀ ਸਾਂਭ ਲੂਗੀ। ਅਸੀਂ ਹੁਣ ਵੀਡੀਓਗ੍ਰਾਫੀ ਕਰ ਲੈਂਦੇ ਹਾਂ, ਇੰਨੀਆਂ ਵੀਡੀਓਜ਼ ਮੇਰੀਆਂ ਨੇ, ਮੇਰੇ ਕੋਲ ਉਹਨਾਂ ਦੀਆਂ ਨੇ, ਕਿ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀਆਂ ਵਾਸਤੇ ਬਹੁਤ ਕੀਮਤੀ ਸਰਮਾਇਆ ਹੋਏਗਾ। ਜਿਵੇਂ ਜਿਵੇਂ ਪਰਮਾਤਮਾ ਦੀ ਆਗਿਆ ਹੋਏਗੀ, ਹੈ ਨਾ, ਲਿਖਿਆ ਹੋਏਗਾ। ਇੱਛਾ ਹੈ ਕਿ ਤਾ ਉਮਰ
ਕਰੀਏ ਸੇਵਾ ਕਰੀਏ ਜਿੰਨੀ ਕੁ ਹੈ ਨਾ। ਸੋ ਬਹੁਤ ਸ਼ੁਕਰੀਆ ਡਾਕਟਰ ਰਾਜਵੰਤ ਪੰਜਾਬੀ ਜੀ, ਤੁਸੀਂ ਔਨ 에ਅਰ ਦੇ ਸਾਨੂੰ ਜਿਹੜਾ ਮੌਕਾ ਦਿੱਤਾ ਹੈ ਕਿ ਤੁਹਾਡੇ ਦਰਸ਼ਕਾਂ ਦੇ ਅਸੀਂ ਰੂਬਰੂ ਤੁਹਾਨੂੰ ਕਰ ਸਕੇ ਆ, ਗੱਲਬਾਤ ਤੁਸੀਂ ਸਾਡੇ ਨਾਲ ਕੀਤੀ ਆ। ਪਰ ਅਖੀਰ ਦੇ ਵਿੱਚ ਪੰਜਾਬ ਦੀਆਂ ਧੀਆਂ ਵੀ ਇਹ ਪ੍ਰੋਗਰਾਮ ਦੇਖ ਰਹੀਆਂ ਨੇ, ਨਵੀਂ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਤੁਹਾਡਾ? ਨਵੀਂ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਵਾਸਤੇ ਨਾ ਸਾਨੂੰ ਸਾਡੀਆਂ ਸਰਕਾਰਾਂ ਨੂੰ, ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਔਰ ਪ੍ਰਾਈਵੇਟ ਪੱਧਰ 'ਤੇ ਜਿਹੜੇ ਵਿਅਕਤੀ ਕੰਮ ਕਰਦੇ ਨੇ ਨਾ, ਯੁਵਕ ਪੀੜ੍ਹੀ ਨੂੰ ਜ਼ਰੂਰ ਲਾਉਣਾ ਚਾਹੀਦਾ ਇਸ ਪਾਸੇ। ਚਾਹੇ ਆਪਾਂ ਕਹਿ ਰਹੇ ਹਾਂ ਕਿ ਉਚੇਰੀ ਸਿੱਖਿਆ ਕੁੜੀਆਂ ਹਾਸਲ ਕਰ ਰਹੀਆਂ ਨੇ, ਪਰ ਜਦੋਂ ਆਪਾਂ ਪਿੰਡਾਂ ਵਾਲੇ ਲੋਕਾਂ ਨਾਲ ਜੁੜਦੇ ਆ ਨਾ, ਅਸਲ 'ਚ ਹੁੰਦਾ ਕੀ ਹੈ ਕਿ ਜਦੋਂ ਅਸੀਂ ਉਚੇਰੀ ਸਿੱਖਿਆ ਪ੍ਰਾਪਤ ਕਰ ਲੈਂਦੇ ਨਾ, ਅਸੀਂ ਕਾਮਨ ਲੋਕ ਤੋਂ ਉਹਨੇ ਦੂਰ ਹੋਈ ਜਾਂਦੇ ਆ। ਇੱਕ ਵਾਰ ਮੇਰੇ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕਿਹਾ ਕਿ ਸਾਡਾ ਯੂਨੀਵਰਸਿਟੀ ਵਾਲੇ ਪ੍ਰੋਫੈਸਰਾਂ ਦਾ ਥੋੜ੍ਹੀ ਕੰਮ ਹੈ ਪਿੰਡਾਂ ਵਿੱਚ ਜਾਣਾ, ਪਰ ਮੈਂ ਉਹਨਾਂ ਦੇ ਨਾਲ ਮੁਤਫਿਕ ਨਹੀਂ ਹਾਂ ਇਸ ਤੋਂ। ਮੈਨੂੰ ਲੱਗਦਾ ਹੁੰਦਾ ਕਿ ਪਿੰਡਾਂ ਵਾਲੇ ਲੋਕਾਂ ਨੂੰ ਸਾਨੂੰ ਜੋੜਨਾ ਚਾਹੀਦਾ ਹੈ। ਮੈਂ ਜਦੋਂ ਵੀ ਪਿੰਡਾਂ 'ਚ ਜਾਂਦੀ ਹਾਂ, ਗੀਤ ਇਕੱਠੇ ਕਰਦੀ ਹਾਂ, ਤਾਂ ਜਿੰਨੀ ਮੇਰੀ ਪਰੁੱਖ ਹੁੰਦੀ ਹੈ ਮੈਂ ਉਹਨਾਂ ਲੇਡੀਜ਼ ਦੀ ਮਦਦ ਕਰਦੀ ਹਾਂ, ਉਤਸ਼ਾਹ ਦਿੰਦੀ ਹਾਂ। ਔਰ ਇਹ ਹੈ ਕਿ ਸਮਾਂ ਬਹੁਤ ਥੋੜ੍ਹਾ ਹੁੰਦਾ ਕੰਮ ਕਰਨ ਵਾਸਤੇ, ਨਹੀਂ ਤਾਂ ਮੇਰਾ ਜੀ ਕਰਦਾ ਹੈ ਕਿ ਐਸੀ ਸੰਸਥਾ ਬਣਾਵਾਂ ਕਿ ਅਸੀਂ ਪਿੰਡਾਂ 'ਚ ਜਾਈਏ, ਨਵੀਂ ਪੀੜ੍ਹੀ ਨੂੰ ਨਾਲ ਲਾਈਏ। ਔਰ ਜਿਵੇਂ ਆਪਾਂ ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲ ਹੁੰਦੇ ਨੇ, ਆਪਾਂ ਉਹਦੇ ਵਿੱਚ ਬੁਲਾਉਂਦੇ ਹਾਂ, ਮੁਕਾਬਲੇ ਕਰਦੇ ਹਾਂ। ਸਿਰਫ ਉਹ ਮੁਕਾਬਲਿਆਂ ਤੱਕ ਮਹਿਦੂਦ ਨਹੀਂ, ਇਸ ਲੋਕ ਸਰਮਾਏ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਪਈਆਂ ਨੇ ਨਾ, ਉਹ ਕਦਰਾਂ ਕੀਮਤਾਂ ਤੱਕ ਰਸਾਈ ਹੋਣੀ ਤੇ ਉਹਦੇ ਨਾਲ ਬੱਚਿਆਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ। ਅਸਲੀ ਗੱਲ ਇਹ ਹੈ ਕਿ ਅਸੀਂ ਕਦਰਾਂ ਕੀਮਤਾਂ ਤੋਂ ਔਰ ਜਿਹੜਾ ਰਿਸ਼ਤੇ ਤਾਰ-ਤਾਰ ਹੋ ਰਿਹਾ ਹੈ ਉਹਨਾਂ ਤੋਂ ਟੁੱਟ ਰਹੇ ਹਾਂ, ਰਿਸ਼ਤਿਆਂ ਦੇ ਪਿਆਰ ਤੋਂ, ਉਹਦੇ ਨਾਲ ਅਸੀਂ ਜੁੜ ਸਕਦੇ ਹਾਂ। ਉਹ ਤਾਂ ਜੁੜ ਸਕਦੇ ਹਾਂ ਜੇ ਇੱਕ ਪੀੜ੍ਹੀ ਦਾ ਦੂਜੀ ਪੀੜ੍ਹੀ ਦੇ ਨਾਲ ਪਾੜਾ ਨਹੀਂ ਪਏਗਾ। ਜਿਹੜਾ ਪੀੜ੍ਹੀ ਪਾੜਾ ਪੈ ਰਿਹਾ ਨਾ, ਉਹ ਸਭ ਤੋਂ ਵੱਡੀ ਸਮੱਸਿਆ ਹੈ। ਜਿੰਨੀ ਦੇਰ ਅਸੀਂ ਆਪਣੇ ਬੱਚਿਆਂ ਲਈ, ਅੱਜ ਜੇ ਸਾਡੇ ਕੋਲ ਟਾਈਮ ਨਹੀਂ ਹੈ ਨਾ ਸਾਡੇ ਬੱਚਿਆਂ ਲਈ, ਕੱਲ੍ਹ ਨੂੰ ਅਸੀਂ ਬਿਲਕੁਲ ਵੀ ਆਸ ਨਹੀਂ ਰੱਖਣੀ ਚਾਹੀਦੀ ਕਿ ਬੱਚੇ ਸਾਡੇ ਲਈ ਟਾਈਮ ਕੱਢਣਗੇ। ਤਾਂ ਇਹਦੇ ਲਈ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਸਾਨੂੰ ਤਿਆਗ ਦੇਣਾ ਪਏਗਾ, ਆਪਦੇ ਸਮੇਂ ਦਾ, ਆਪਦੇ ਕੰਮਾਂ ਦਾ ਤਿਆਗ ਕਰਨਾ ਪਏਗਾ। ਸਾਡੇ ਪਰਿਵਾਰ ਦੀ ਇਹ ਕੋਸ਼ਿਸ਼ ਹੁੰਦੀ ਰਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨੌਕਰੀ ਦੇ ਰੁਝੇਵੇਂ ਦੇ ਬਾਵਜੂਦ, ਮੇਰੀ ਇੱਛਾ ਹੁੰਦੀ ਹੈ ਕਿ ਘੱਟੋ ਘੱਟ ਜੇ ਉਹ ਟਾਈਮ ਨਹੀਂ ਹੈ ਤਾਂ ਰੋਟੀ ਦੇ ਟਾਈਮ 'ਤੇ ਸਾਰਾ ਪਰਿਵਾਰ ਇਕੱਠਾ ਬੈਠੇ, ਤਾਂ ਕਿ ਉਦੋਂ ਤੁਸੀਂ ਸਾਰੇ ਜਿਹੜੇ ਵੀ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਪ੍ਰੋਬਲਮ ਨੇ, ਮਸਲੇ ਨੇ, ਤੁਸੀਂ ਉਹਨਾਂ ਬਾਰੇ ਗੱਲ ਕਰੋ। ਬੱਚਿਆਂ ਦਾ ਪਤਾ ਲੱਗੇ ਕਿ ਉਹ ਕੀ ਕਰ ਰਹੇ ਹੈ, ਚੰਗਾ ਬੁਰਾ, ਕਿਤੇ ਉਹਨਾਂ ਦੀ ਅਗਵਾਈ ਕਰਨ ਵਾਲੀ ਹੈ ਨਾ। ਤਾਂ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਕਿ ਬੇਟੇ ਨੇ PCS 'ਚ ਟੌਪ ਕੀਤਾ ਤੇ ਬੇਟੀ ਹੈ ਜਿਹੜੀ ਉਹ ਸਾਇੰਟਿਸਟ ਹੈ, ਉਹਦੀ ਯੰਗ ਸਾਇੰਟਿਸਟ ਫੈਲੋਸ਼ਿਪ ਲੱਗੀ ਹੈ। ਔਰ ਗੁਜਰਾਤ ਦੀ ਉਹ ਪਹਿਲੀ ਲੜਕੀ ਹੈ ਜਿਹਨੂੰ ਉਹ ਫੈਲੋਸ਼ਿਪ ਮਿਲੀ ਹੈ, ਉਹ PhD ਕਰ ਰਹੀ ਹੈ ਉੱਥੇ। ਤੇ ਬਸ ਬੱਚੇ ਆਪਦੇ ਮਿਸ਼ਨ 'ਚ ਕਾਮਯਾਬ ਹੋ ਜਾਣ, ਮੈਨੂੰ ਲੱਗਦਾ ਕਿ ਇਹੀ ਸਾਡੀ ਪ੍ਰੋਪਰਟੀ ਹੈ। ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਰਾਜਵੰਤ ਕੌਰ ਪੰਜਾਬੀ। ਕਿਸ ਤਰੀਕੇ ਲੱਗੀ ਅੱਜ ਦੀ ਮੁਲਾਕਾਤ, ਇਸ ਬਾਰੇ ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਣਾ। ਇਸੇ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਲਗਾਤਾਰ ਹੋਰ ਮੁਲਾਕਾਤਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਅਰਸ਼ਦੀਪ ਢਿੱਲੋਂ ਦੇ ਨਾਲ ਕਮਲਜੀਤ ਸਿੱਧੂ, ਔਨ 에ਅਰ।